हाँ जी, सत श्री अकाल बच्चों सारिਆਂ ਨੂੰ ਤੇ ਬਹੁਤ ਹੀ ਇੰਪੋਰਟੈਂਟ ਸੀਰੀਜ਼ ਫਿਰ ਆਪਾਂ ਕੰਟੀਨਿਊ ਕਰਨ ਜਾ ਰਹੇ ਹਾਂ ਕਰੰਟ ਅਫੇਅਰਸ ਐਂਡ ਸਟੈਟਿਕ ਜੀਕੇ ਦੀ। हाँ, सब तो ਵੱਧ ਬੱਚੇ ਪੁੱਛ ਰਹੇ ਹੈ ਸਰ ਜੀ ਆ ਐਂਡ ਸਟੈਟਿਕ ਜੀਕੇ ਦੀ ਹਲੇ ਕੋਈ ਕਲਾਸ ਸਟਾਰਟ ਕਿਉਂ ਨਹੀਂ ਹੋਈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਵੀ ਹਜੇ ਤੁਸੀਂ ਮੈਨੂੰ ਇੱਕ ਹਫ਼ਤਾ ਦਿਓ, ਇੱਕ ਹਫ਼ਤੇ ਬਾਅਦ ਆਪਾਂ ਸਾਰਾ ਕੁਝ ਵਧੀਆ ਤਰੀਕੇ ਨਾਲ ਤੁਹਾਨੂੰ ਪੈਟਰਨ ਦਾ ਪਤਾ ਲੱਗ ਜਾਊਗਾ ਵੀ ਕੀ ਆਪਾਂ ਸਿਸਟਮ ਫੋਲੋ ਹੋਊਗਾ, ਐਪ ਤੇ ਕੀ ਹੁੰਦਾ ਹੈ, ਇੱਥੇ ਕੀ ਹੁੰਦਾ ਹੈ। बहुत बच्चे क्वेरी करिए सर ऐप से डिफरेंस की है, यूट्यूब डिफरेंस की है। कोई डिफरेंस नहीं बच्चों, हजे डिफरेंस शो अप होगा विद द पैसेज ऑफ टाइम होगा क्योंकि काफी टॉपिक हम स्टैटिक जीके दे नेक्स्ट वीक तो नाल स्टार्ट करन लग जाएंगे। एमसीक्यू क्वेश्चन भी आप करा करांगे वीक दे विच। मैं तुहानू स्टार्टिंग जिहड़ी आपां पहलां बनाई सी वीडियो एक जमा इंट्रोडक्टरी वाली ਉਹਦੇ ਵਿੱਚ मैं तुहानू कहा भी सीगा भी आपां लगभग 4 ਤੋਂ 5 क्लासां 1 वीक च रखिया करांगे। ਤੇ ਆਪਾਂ ਪਹਿਲਾਂ ਕੰਟੀਨਿਊ ਬੱਚੋ ਕਰਨ ਜਾ ਰਹੇ ਹਾਂ ਜਨਵਰੀ ਮੰਥ ਤੋਂ ਤੇ ਜੈਨ ਮੰਥ ਆਪਾਂ ਸਾਰਾ ਇਸੇ ਤਰੀਕੇ ਨਾਲ ਕਰਾਂਗੇ। ਫਿਰ ਆਪਾਂ ਫੈਬ ਕਰਾਂਗੇ, ਮਾਰਚ, ਅਪ੍ਰੈਲ, ਮਈ, ਜੂਨ ਜੋ ਤੱਕ ਆਪਣੇ ਐਗਜ਼ਾਮ ਹੋਣ ਦੇ ਚਾਂਸ ਹੈਗੇ ਆ ਉਹ ਤੱਕ ਇਹ ਆਪਣਾ ਸਿਸਟਮ ਕੀ ਹੈ ਚੱਲਦਾ ਜਾਊਗਾ। ਠੀਕ ਹੈ ਨਾ। ਸਭ ਤੋਂ ਵੱਡੀ ਗੱਲ ਕੀ ਹੈ, ਜੇਕਰ ਤੁਸੀਂ ਸਾਰੇ ਇਹ ਮੈਂ ਮਤਲਬ ਬੈਚਸ ਨੂੰ ਅਵੇਲ ਕਰਨਾ ਚਾਹੁੰਦੇ ਹੋ, ਨਾਲ ਬਰਾਬਰ ਆਪਦੇ ਕੋਈ ਪੀਡੀਐਫ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਆ ਆਪਣੀ ਬੱਚੋ ਐਪ ਡਾਊਨਲੋਡ ਕਰ ਲੈਣੀ ਹੈ। ਇਹ ਆਪਣੀ ਐਪ ਹੈਗੀ ਆ ਜੀ ਰੁਪਿੰਦਰ ਸਿੱਧੂ ਅਕੈਡਮੀ ਐਪ। जिन्ना बच्चों को आईफोन है हर क्लास में दसदा हूं, वैसे मजबूरी च बन गया कोई फिर दस देना है। तुसीं डाउनलोड करना है माई इंस्टीट्यूट, उत्थे तुहानूं फिर अपना बच्चों ORG कोड पूछणगे QUL। ठीक है ना। बाकी समझ कख ही ना आवे, पता ना लगे भी की करना की नहीं करना, किधर नूं जाना है, कित्थे बैच शो हुंदा है तां तुसीं बच्चों इस नंबर ते भी गल कर सकदे हो 88 47 57 18 ते 36। सब तो बड़ी गल की है ये अपना बच्चों एक स्पेशल बैच है। अगेन सब तो मेन पर्पस अपना होगा रिजल्ट ओरिएंटेड क्लासेस। इस बैच का पर्पस भी अपना यही है। ਇਹਦੇ ਵਿੱਚ ਤੁਹਾਨੂੰ ਥੋਰੋਲੀ ਸਾਰੀ ਕੰਪਲੀਟ ਪੋਲਿਟੀ ਹੈ, ਥੋਰੋਲੀ ਸਾਰਾ ਕੰਪਲੀਟ ਮੈਥ, ਸਾਰਾ ਰੀਜ਼ਨਿੰਗ, ਤਿੰਨੋਂ ਮੋਡਿਊਲ ਕੰਪਲੀਟ ਡਿਟੇਲ ਚ ਕਵਰ ਕਰਵਾਏ ਜਾਣਗੇ, ਘਰੇ ਬਹਿ ਕੇ ਕਰਵਾਏ ਜਾਣਗੇ। ਮੈਨੂੰ ਪਤਾ ਹੈ ਅੱਜ ਤੇ ਕੱਲ ਦੀ ਸਭ ਤੋਂ ਜ਼ਿਆਦਾ ਦੀ ਕੁਐਰੀ ਆਈ ਹੈ, ਉਹਦੇ ਲਈ ਆਪਾਂ ਅਲੱਗ ਸੈਸ਼ਨ ਮੈਂ ਇੱਕ ਵੀਡੀਓ ਅਪਲੋਡ ਕਰੂੰਗਾ। ਆਨਲਾਈਨ ਤੇ ਆਫਲਾਈਨ ਨੂੰ ਲੈ ਕੇ ਬੱਚੇ ਬੜੇ ਕਨਫਿਊਜ਼ ਹੈ ਵੀ ਸਰ ਜੀ ਅਸੀਂ ਕਿਹੜਾ ਤਰੀਕਾ ਆਪਟ ਕਰੀਏ ਜੇਕਰ ਅਸੀਂ ਸਿਲੈਕਸ਼ਨ ਲੈਣੀ ਹੈ। ਪਤਾ ਸੋਨੂੰ ਵੀ ਹੈ, ਜੇ ਆਪਾਂ ਸ਼ਾਰਟ ਵਿੱਚ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਹੋਵੇ 1 ਮਿੰਟ 'ਚ ਆਪਾਂ ਕਰ ਲੈਣੇ ਆ। ਲਾਸਟ ਈਅਰ ਤੁਸੀਂ ਦੇਖਿਆ ਹੋਊਗਾ ਆਫਲਾਈਨ ਦੇ ਵਿੱਚ ਤੁਸੀਂ ਬਹੁਤ ਮੇਲਿਆਂ 'ਚ ਸ਼ਾਮਲ ਹੋਏ ਹੋਵੋਗੇ। ਬਹੁਤ ਸਾਰੇ ਪੰਜਾਬ ਦੇ ਵਿੱਚ ਇੰਸਟੀਚਿਊਟ ਨੇ ਬਹੁਤ ਮੇਲੇ ਲੱਗੇ ਹੈ। ਈਵਨ ਮੈਂ ਵੀ ਮਤਲਬ ਆਫਲਾਈਨ 7 ਸਾਲ ਟੀਚ ਕੀਤਾ ਹੈ ਤਾਂ ਉੱਥੇ ਮਹਿਫਲਾਂ ਲੱਗੀਆਂ, ਬਟ ਉਹ ਮਹਿਫਲਾਂ ਦੇ ਵਿੱਚੋਂ ਤੁਹਾਨੂੰ ਕਿੰਨੀ ਕਾਮਯਾਬੀ ਮਿਲੀ ਹੈ ਇਹ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਹੈ। ਜਿਹੜੇ ਬੱਚਿਆਂ ਨੇ ਸਿਲੈਕਸ਼ਨ ਜਾਂ ਕਿਸੇ ਲਾਸਟ ਜੋ ਐਗਜ਼ਾਮ ਹੋਏ ਹੈ ਉਹਦੇ ਮੈਰਿਟ ਲਿਸਟ ਵਿੱਚ ਸ਼ਾਮਲ ਹੋਏ ਹੈ ਉਹ ਆਪ ਦੀ ਕਾਬਲੀਅਤ ਦੇ ਸਿਰ ਤੇ ਹੋਏ ਹੈ। 3 ਮਹੀਨਿਆਂ ਦੇ ਵਿੱਚ ਸਿਲੈਕਸ਼ਨ ਜੇਕਰ ਤੁਸੀਂ ਹੁਣ ਆਫਲਾਈਨ ਲੱਗੋਗੇ ਇਹ ਮੇਰੇ ਵੱਲੋਂ ਤਾਂ ਸਪਸ਼ਟ ਹੈ, ਬਾਕੀ ਤੁਹਾਡਾ ਵਿਊ ਪੁਆਇੰਟ ਹੋ ਸਕਦਾ ਹੈ ਵੀ ਤੁਸੀਂ ਨਹੀਂ ਲੈ ਸਕਦੇ। ਇਹਦਾ ਤੁਹਾਨੂੰ ਮੈਂ ਪ੍ਰੂਫ ਵੀ ਅੱਗੇ ਜਾ ਕੇ ਦੇ ਦੂੰਗਾ। ਜਿਹੜੇ ਬੱਚਿਆਂ ਨੇ ਐਗਜ਼ਾਮ ਕਰੈਕ ਕੀਤਾ ਹੈ 19 ਸਾਲਾਂ ਦੀ ਮਿਹਨਤ ਆਪਦੀ ਜਾਰੀ ਸੀ, ਬਹੁਤ ਐਗਜ਼ਾਮ ਚੋਂ ਬੈਠ ਚੁੱਕੇ ਹੈ। हर एग्जाम मतलब किसी 1-2 नंबर ते रह जाते सी, उन्होंने फाइनली मतलब कुछ हद तक कामयाबी हासिल की सी। ऑनलाइन मोड च मैं की कहना चाहना तुहानू भी कोई भी चीज है तुसी ऑनलाइन मोड नू ही प्रेफरेंस क्यों देनी है। ऑफलाइन दे विच तुसी 2 महीनों के बाद तुहानू ऐ लगन लग जूगा भी पेपर सिर ते आ गया ते 2 महीने मैनू आउंदे नू हो गया, तैयार कर चंगा मैं हो गया आ भी रहा है, बट 2 महीने में की पता लगे भी हले मेरे मैथ के 3 चैप्टर ही हुए है, मेरा जीके का हले डेढ़ टॉपिक ही निबड़िया है, रीजनिंग हले मैं स्टार्ट करनी है, पता 2 चैप्टर पता नहीं कैलेंडर क्लॉक होया नहीं होया। 2 महीनों बाद दिमाग दे जां अखां मूरे दिमाग नूं परा छड्डो, अखां मूरे हनेरा आउण लग जांदा है भी मैं तां रेस चों बाहर ही हो गया। 2 महीनों बाद तुसीं रेस चों बाहर हो जाओगे, ये मैं तुहानूं पहले लिख के दस्सी जांदा। बाकी तुसीं भी आपदा नीचे एक्सपीरियंस शेयर कर सकदे हो, तुसीं पिछले मेले विच ਜਿਹੜੇ ਮਹਿਫਲਾਂ 'ਚ ਗਏ ਹੋ ਆਫਲਾਈਨ 'ਚ ਤੁਸੀਂ ਕਿੰਨੀ ਕਾਮਯਾਬੀ ਹਾਸਲ ਕਰੀ ਹੈ। ਆਨਲਾਈਨ 'ਚ ਤੁਹਾਨੂੰ ਇੰਡੀਆ ਦਾ ਸਭ ਤੋਂ ਬੈਸਟ ਪਲੇਟਫਾਰਮ ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਕਰਵਾ ਰਹੇ ਹੈ। ਸੋ ਉੱਥੋਂ ਤੁਸੀਂ ਆਪਦੀ ਜਰਨੀ ਇਸ ਵਾਰ ਦੀ ਉੱਥੋਂ ਸਟਾਰਟ ਕਰੋ ਤਾਂ ਜੋ ਤੁਸੀਂ 1 ਹਫ਼ਤੇ ਵਿੱਚ ਕੌਨਫੀਡੈਂਸ ਬਿਲਡ ਅਪ ਕਰੋ ਰੈਦਰ ਦੈਨ 2 ਮਹੀਨਿਆਂ ਬਾਅਦ ਅੱਖਾਂ ਮੂਰੇ ਹਨੇਰਾ ਲਿਆਓ। ਸਮਝੇ ਮੇਰੀ ਗੱਲ? ਤਾਂ ਤੁਹਾਨੂੰ ਮੈਂ ਕਹਿ ਰਿਹਾ ਹਾਂ ਆਫਲਾਈਨ ਦੇ ਵਿੱਚ ਵਧੀਆ ਸਿਸਟਮ ਹੁੰਦਾ ਹੈ। ਮੈਂ ਫਿਰ ਤੁਹਾਨੂੰ ਆਖੀ ਜਾਂਦਾ ਫਰੈਸ਼ਰ ਵਾਸਤੇ ਆਪਾਂ ਲੈਣੀ ਹੈ ਸਿਲੈਕਸ਼ਨ, ਆਪਾਂ ਇਸ ਵਾਰ ਪੇਪਰ ਕਰੈਕ ਕਰਨਾ ਹੈ। बार-बार उसने आखी जाना लास्ट चांस है, लास्ट मौका है, उम्रां टप्पियां पईयां, बोझ दिमाग ते वधी जांदा है। जे इस बार भी सिलेक्शन ना हुई तो पड़ाका पैण वाला काम है। समझे मेरी गल? ऑनलाइन च फायदा मैं चलो आपदी इंस्टीट्यूट दस दिना है। इस बैच दे विच आपां 39 क्लासेस आपां अपलोड करतीआं ऑलरेडी पॉलिटी दीआं जिहड़ियां कि लगभग अपनी फ्लैगशिप कंटेंट है पॉलिटी दा। क्यों? क्योंकि पॉलिटी दा कंटेंट बहुत ही थोरोली एग्जामिनर ने पुछया सी, डिटेल में जाके पूछा सी। हुण तुसीं मेरे को ऑफलाइन मान लो आओगे, अज भी इवन मेरे को एटलीस्ट घर ही मेरे को ना वाला
11 12 ਸਟੂਡੈਂਟ ਆ ਕੇ ਗਏ, ਤੁਸੀਂ ਆਫਲਾਈਨ ਬੈਚ ਸਟਾਰਟ ਕਰ ਲਓ। ਉਹਨਾਂ ਨੂੰ ਮੈਂ ਇਹੀ ਗੱਲ ਕਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਆ 39 ਕਲਾਸਿਸ ਕਵਰ ਕਰਨ ਵਾਸਤੇ ਭਾਈ ਆਪਾਂ ਨੂੰ 1.5 ਮਹੀਨਾ ਚਾਹੀਦਾ ਹੈ। ਪੇਪਰ ਮੰਨ ਲਓ 3 ਮਹੀਨਿਆਂ ਬਾਅਦ ਮੰਨ ਲਓ ਰੱਬ ਨਾ ਕਰੇ ਪੇਪਰ ਆ ਗਿਆ, ਤੁਸੀਂ ਕਿੱਥੇ ਕ ਸਟੈਂਡ ਕਰੋਗੇ? ਹਾਂ ਮਨੋਰੰਜਨ ਵਧੀਆ ਹੋ ਜਾਂਦਾ ਹੈ, ਬਹੁਤ ਤੁਸੀਂ ਆਪਦਾ ਪੱਖ ਰੱਖੋਗੇ, এনवायरमेंट ਨਹੀਂ ਬਣਦਾ, ਇਹ ਹੈ ਉਹ ਹੈ। ਮੈਂ ਗੱਲ ਸਮਝ ਤੋਂ ਮੇਰੇ ਬਾਹਰ ਹੋਈ ਪਈ ਹੈ। ਮੰਨ ਲਓ ਤੁਸੀਂ ਆਫਲਾਈਨ ਕਿਸੇ ਅਕੈਡਮੀ ਜੁਆਇਨ ਕਰ ਲਿਆ, ਆਫਲਾਈਨ ਤੁਸੀਂ ਆਪਦੀ ਪ੍ਰੈਪਰੇਸ਼ਨ ਸਟਾਰਟ ਮੰਨ ਲਓ ਕਰਤੀ, ਤੇ ਫਿਰ ਕਿੱਥੇ ਪੜੋਗੇ? ਉਹ ਘਰ ਕਮਲਿਓ ਬੰਦੇ 4 ਘੰਟਿਆਂ ਬਾਅਦ 5 ਘੰਟਿਆਂ ਬਾਅਦ ਵੜੋਗੇ ਤਾਂ ਘਰੇ ਹੀ ਵੜੋਗੇ ਨਾ। ਪੜਨਾ ਤਾਂ ਘਰੇ ਫਿਰ ਵੀ ਪੈਣੀ ਪੈਣਾ ਤੇ ਸੜਕਾਂ ਤੇ ਬਹਿ ਕੇ ਪੜ ਲਓਗੇ ਵੀ ਜਾਂ ਮੈਂ ਤਾਂ ਪਿੰਡ ਜਾ ਕੇ ਸੱਤ 'ਚ ਬਹਿ ਕੇ ਪੜੂਗਾ, ਮੈਥੋਂ ਘਰੇ ਨਹੀਂ ਪੜੀਦਾ। ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਹੈ ਵੀ ਘਰੇ ਮੈਥੋਂ ਸਿਟਿੰਗ ਨਹੀਂ ਬਣਦੀ, ਘਰੇ ਪੜ੍ਹਾਈ ਨਹੀਂ ਹੁੰਦੀ, ਵੀ ਫਾਰਮੈਲਿਟੀ ਹੈ, ਕੁਝ ਵੀ ਹੈ, ਘਰ ਦੇ ਕੰਮ ਹੈ, ਘਰਦਿਆਂ ਨੂੰ ਸਮਝਾਓ, ਤੁਸੀਂ ਘਰਦਿਆਂ ਨੂੰ ਤੁਸੀਂ ਕਹੋ ਵੀ ਭਾਈ ਭਗਵੰਤ ਸਿਆ ਹੁਣ ਬਣਿਆ ਮਸਾ ਮਤ ਲਹਿਰ ਜੀ ਖੁਸ਼ੀ ਬਣੀ ਹੈ, ਵੀ ਮੈਨੂੰ ਸਾਰਾ ਧਿਆਨ ਆਪਦਾ ਕੀ ਹੈ ਪੇਪਰ ਵੱਲ ਕਰ ਲੈਣ ਦੋ, ਕਿੱਡੀ ਗੱਲ ਹੈ। ਇੱਥੋਂ ਤੁਸੀਂ ਬਰਾਬਰ ਤਿਆਰੀ ਸਟਾਰਟ ਕਰੋ। ਜੇ ਤੁਸੀਂ ਨਾਲ ਆਫਲਾਈਨ ਦੇ ਚਾਹਵਾਨ ਵੀ ਹੈਗੇ ਹੋ ਤਾਂ ਕੋਈ ਵੀ ਆਫਲਾਈਨ ਪਲੇਟਫਾਰਮ ਚੁਣੋ, ਕੋਈ ਵੀ ਆਨਲਾਈਨ ਚੁਣੋ। ਮੈਂ ਇੱਥੇ ਆਪਦੀ ਐਡਵੋਕੇਸੀ ਨਹੀਂ ਕਰ ਰਿਹਾ, ਆਪਦੇ ਦੋਸਤ ਮਿੱਤਰਾਂ ਦੀ ਰਾਏ ਲੈਣ ਤੋਂ ਬਾਅਦ ਚੁਣੋ, ਖਾਸ ਕਰਕੇ ਉਹ ਦੋਸਤ ਮਿੱਤਰ ਜਿਹੜੇ ਪਿਛਲੇ 1 ਸਾਲ ਤੋਂ ਤਿਆਰੀ ਕਰ ਰਹੇ ਆ, ਕਿਉਂਕਿ ਉਹ ਸਾਰੇ ਉਹਨਾਂ ਨੇ এনवायरमेंट ਵਗੈਰਾ ਦੇਖੇ ਹੁੰਦੇ ਆ, ਉਹਨਾਂ ਨੇ ਮਤਲਬ ਵੱਖ-ਵੱਖ ਥਾਵਾਂ ਤੇ ਕੋਚਿੰਗ ਸਾਰੇ ਤਾਂ ਲਈਆਂ ਹੁੰਦੀਆਂ। ਆਪਦੇ ਬਹਿ ਕੇ ਵਧੀਆ ਕੀ ਹੈ ਦਿਮਾਗ ਨੂੰ ਸਟੇਬਲ ਕਰੋ, ਸੈੱਟ ਕਰੋ, ਫਿਰ ਆਪਦੀ ਜਰਨੀ ਸਟਾਰਟ ਕਰੋ, ਠੀਕ ਹੈ ਨਾ। ਚਲੋ ਆਪਾਂ ਕੋਲ ਜ਼ਿਆਦਾ ਟਾਈਮ ਲੈ ਗਏ, ਤੁਸੀਂ ਇਸ ਬੈਚ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਲੈ ਸਕਦੇ ਹੋ। ਬਾਕੀ ਆਪਾਂ ਕੱਲ ਬੱਚੋ ਨਾਲ ਮੈਥ ਦੀ ਸੀਰੀਜ਼ ਸਟਾਰਟ ਕਰਤੀ, ਮੇਰੇ ਅਕੋਰਡਿੰਗ ਐਡੂ ਧਾਕੜ ਮੈਥ ਦੀ ਸੀਰੀਜ਼ ਤੁਹਾਨੂੰ ਸ਼ਾਇਦ ਹੀ ਮਿਲੇ, ਸਿੱਧੀ ਜੀ ਗੱਲ ਹੈ। ਪੂਰਾ ਇੱਕ ਕਲਾਸ ਕੰਟੈਂਟ ਕਰਵਾਵਾਂਗੇ, ਪਹਿਲਾ ਚੈਪਟਰ ਆਪਣਾ ਸਟਾਰਟ ਹੋ ਚੁੱਕਿਆ ਹੈ, ਪ੍ਰੋਪਰ ਵਰਕਸ਼ੀਟਾਂ ਮਿਲਣਗੀਆਂ, ਹਰ ਕਲਾਸ ਦੀ ਪ੍ਰੋਪਰ ਪੀਡੀਐਫ ਮਿਲੇਗੀ, ਪੂਰਾ ਡਿਟੇਲਡ ਕੰਟੈਂਟ ਕਰਵਾਵਾਂਗੇ, एग्जाम ओरिएंटेड करवावांगे। एग्जाम ओरिएंटेड सब तो बड़ी गल ये हुंदी है, ठीक है ना। बाकी अपना फ्लैगशिप कोर्स है, किसी फ्रेशर बंदे ने जर्नी स्टार्ट करनी है या आगे यूपीएससी पीपीएससी का जो भी फर्दर 2 साल तक मान लो इस फील्ड च रहना है, ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ ਤਾਂ ਆਪਣਾ ਟੌਪ ਕਲਾਸ ਬੈਚ ਹੈ, ਇਹਦੇ ਰਿਗਾਰਡਿੰਗ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਆ ਆਪਣੀ ਐਪ ਹੈ। ਹੁਣ ਆਪਾਂ ਆਉਣੇ ਆ ਮੁੱਦੇ ਤੇ। ਟਾਈਮ ਆਪਾਂ ਲਾ ਲਿਆ ਉੱਤਰੀ 7 ਮਿੰਟ, ਸੌਰੀ ਕੱਲ ਤੋਂ ਆਪਾਂ 7 ਮਿੰਟ ਨਹੀਂ ਲਾਵਾਂਗੇ, ਇਸ ਲਈ ਮੈਂ ਮਾਫੀ ਚਾਹੁੰਦਾ, ਠੀਕ ਹੈ ਨਾ। ਚਲੋ ਵੀ ਕਹਿੰਦੇ ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ। ਚਲੋ ਹੁਣ ਆਪਾਂ ਸਪੀਡ ਕਰਦੇ ਹਾਂ ਸਲੋ, ਕਿਉਂਕਿ ਹੁਣ ਆਪਾਂ ਕਰਨੀ ਹੈ ਪੜ੍ਹਾਈ ਤੇ ਰੰਗ ਆਪਾਂ ਲੈਣੇ ਆ ਜਾਈਲੋ। ਚਲੋ ਵੀ ਸਾਲ ਜਦੋਂ ਬੱਚਾ ਆਪਣਾ ਸਟਾਰਟ ਹੁੰਦਾ ਨਾ ਉਦੋਂ ਫਿਰ ਰਿਪੋਰਟਾਂ ਬੜੀਆਂ ਹੁੰਦੀਆਂ। तो पहली रिपोर्ट फिर कहते आई है मिनिस्ट्री ऑफ एनवायरनमेंट फॉरेस्ट एंड क्लाइमेट चेंज दी। इन्हां दी रिपोर्ट आई है बच्चों अपने फॉरेस्ट ते। एक मिनिस्ट्री ऑफ एनवायरनमेंट फॉरेस्ट एंड क्लाइमेट चेंज दी एक ऑर्गेनाइजेशन है, उस ऑर्गेनाइजेशन का बच्चों नाम की है उक्तली आ गया, क्या बात है, फॉरेस्ट सर्वे ऑफ इंडिया। फॉरेस्ट सर्वे ऑफ इंडिया ये ऑर्गेनाइजेशन बच्चों 1981 ਵਿੱਚ ਬਣੀ ਸੀ। ਇਹਦਾ ਹੈੱਡਕੁਆਰਟਰ ਕਿੱਥੇ ਹੈ? ਦੇਹਰਾਦੂਨ ਦੇ ਵਿੱਚ ਹੈ। ਇਹਦਾ ਹੈੱਡਕੁਆਰਟਰ ਕਿੱਥੇ ਹੈ? ਦੇਹਰਾਦੂਨ ਦੇ ਵਿੱਚ ਹੈ। ਸੋ ਇਸ ਆਰਗੇਨਾਈਜੇਸ਼ਨ ਦਾ ਕੀ ਕੰਮ ਹੈ, ਇਸ ਮਿਨਿਸਟਰੀ ਦਾ ਕੀ ਕੰਮ ਹੈ, ਉਹ ਖਬਰ ਆਪਾਂ ਹੁਣ ਦੇਖਦੇ ਹਾਂ। ਇਸੇ ਮਿਨਿਸਟਰੀ ਨੇ ਰਿਲੀਜ਼ ਕਰਤੀ ਰਿਪੋਰਟ ਆਪਣੀ ਫੋਰੈਸਟ ਤੇ, ਜਿਹੜੀ ਕਿ 2 ਸਾਲਾਂ ਬਾਅਦ ਆਉਂਦੀ ਹੈ। ਬਹੁਤ ਧਿਆਨ ਨਾਲ ਸੁਣਨਾ ਅਗਲਾ ਪੁਆਇੰਟ। ਇਟ ਇਜ਼ ਪਬਲਿਸ਼ਡ ਐਵਰੀ 2 ਇਅਰਸ। ਇਹੋ ਜੀ ਚੀਜ਼ ਨੂੰ ਲੈ ਕੇ ਬੰਦਾ ਪੇਪਰ 'ਚ ਬੜਾ ਉਲਝਦਾ ਹੈ, ਐਗਜ਼ਾਮੀਨਰ ਜਾਣ ਕੇ ਉਲਝਾ ਲੈਂਦਾ ਹੈ। ਕਾਰਨ ਸਿੰਪਲ ਆ ਯਾਰ, ਉਲਝਾ ਕਿਉਂ ਲੈਂਦਾ ਹੈ? ਕਿਉਂਕਿ ਉਹਨੇ ਜਾਣ ਕੇ ਉੱਤੇ ਆਪਾਂ ਨੂੰ ਵਧੀਆ ਪਿਆਰੀ ਸਟੇਟਮੈਂਟ ਦੇ ਦੇਣੀ ਹੈ ਤੇ ਆਪਣੇ ਮੂੰਹ 'ਚ ਪਾਣੀ ਆ ਜਾਂਦਾ, ਫਿਰ ਗਾਹਾਂ ਐਂਡ ਤੱਕ ਪੜ੍ਹਦੇ ਨਹੀਂ ਆਪਾਂ ਵੀ ਆਏ ਸਾਲ ਉੱਥੇ ਜਾਣ ਕੇ ਪਾ ਦਿੰਦਾ ਐਨੂਅਲੀ ਹੁੰਦੀ ਹੈ ਰਿਪੋਰਟ, ਬਸ ਮੂੰਹ 'ਚ ਪਾਣੀ ਤਾਂ ਆਉਣੀ ਆਉਣਾ ਕਿ ਤਾਂ ਹਾਂ ਪੜ੍ਹਿਆ ਆ ਗਿਆ, ਕੌਣ ਲੈ ਕੇ ਆਉਂਦਾ ਰਿਪੋਰਟ ਇਹ ਉਹ। ਬਟ ਇਹ ਗੱਲ ਦਾ ਖਿਆਲ ਰੱਖਣਾ ਹੈ, ਮੂੰਹ ਤੇ ਜੇਕਰ ਉੱਥੇ ਪੇਪਰ 'ਚ ਪਾਣੀ ਆ ਗਿਆ ਨਾ, ਮਤਲਬ ਲਿਖਾ ਕੇ ਲੈ ਲਓ, ਘਰੇ ਆ ਕੇ ਤੁਹਾਡੇ ਘਰੇ ਆ ਕੇ ਪਾਣੀ ਦੀ ਘਾਟ ਪੱਕਾ ਹੋਣੀ ਹੈ, ਮੂੰਹ 'ਚ ਪਾਣੀ ਨਹੀਂ ਲਿਆਉਣਾ। ਫਿਰ ਮੁੜ ਕੇ ਆਨਸਰ ਕੀ ਤੋਂ ਬਾਅਦ ਗਲੂਕੋਜ਼ ਦੀਆਂ ਬੋਤਲਾਂ ਲਵਾਉਣ ਵਾਲਾ ਕੰਮ ਹੋ ਜਾਂਦਾ ਹੈ। ਕਾਰਨ ਕੀ ਹੁੰਦਾ ਹੈ? ਕਿਉਂਕਿ ਆਪਾਂ ਆਹ ਚੀਜ਼ਾਂ ਨਹੀਂ ਪੜ੍ਹਦੇ। ਦੂਜੀ ਗੱਲ, ਇਹ ਪਹਿਲੀ ਵਾਰ ਬੱਚੋ ਸਰਵੇ ਪਬਲਿਸ਼ ਹੋਇਆ ਸੀ 1987 ਦੇ ਵਿੱਚ। ਜਿਹੜਾ ਆਪਾਂ ਅੱਜ ਪੜ੍ਹਨਾ ਹੈ ਸਾਰੇ ਪੁਆਇੰਟ ਯਾਦ ਰੱਖਣੇ ਆ, ਤਾਂ ਹੀ ਮੈਂ ਤੁਹਾਨੂੰ ਨਾਲ ਪੀਡੀਐਫ ਦਿੰਦਾ ਹੁੰਦਾ। ISFR ਬੋਲਾਂਗੇ ਸ਼ਾਰਟ ਦੇ ਵਿੱਚ। 2021 ਵਾਲੀ ਬੱਚੋ ਇਹ ਹੈਗੀ ਹੈ 17ਵੀਂ ਤੇ ਕਿੰਨਵੀਂ ਹੈ? 17ਵੀਂ ਹੈ, ਸਮਝ ਗਏ। ਸੋ ਬੇਸਿਕ ਜੇ ਪੁਆਇੰਟ ਹੈ। ਹੁਣ ਆਪਾਂ ਗੱਲ ਕਰਦੇ ਹਾਂ ISFR 2021 ਦੇ ਅੰਕੜੇ ਜਿਹੜੇ ਆਪਾਂ ਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ। ਪਹਿਲੀ ਗੱਲ ਤਾਂ ਜੇ ਮੈਂ ਇੱਥੇ ਫੋਰੈਸਟ ਕਹਤਾ, ਹੁਣ ਦਿਮਾਗ ਦੇ ਵਿੱਚ ਆਪਣੇ ਫਿਲਮੀ ਦੇ ਖਿਆਲ ਆ ਜਾਂਦੇ ਆ ਕਿ ਫੋਰੈਸਟ ਮਤਲਬ ਉਹ ਘਨੇ ਘਨੇ ਜੰਗਲ ਹੋਣਗੇ, ਹਨਾ, ਵੀ ਜਾਂ ਜਿਹੜੇ ਦਰਖਤ ਆਪਣੇ ਤਾਂ ਨੈਸ਼ਨਲ ਪਾਰਕ ਵੀ ਬਹੁਤ ਹੈ, ਵਾਈਲਡ ਸੈਂਚਰੀਆਂ ਬਹੁਤ ਹੈ, ਟਾਈਗਰ ਰਿਜ਼ਰਵ ਵੀ ਬਹੁਤ ਹੈ, ਦਰਖਤ ਸਾਡੇ ਆਪਾਂ ਪਿੰਡ ਨੂੰ ਜਾਂਦੇ ਆ ਰਾਹਾਂ 'ਚ ਬਹੁਤ ਆਉਂਦੇ ਆ। ਤਾਂ ਇਹਦੇ ਵਿੱਚ ਕਾਊਂਟ ਕੀ ਕਰਦੇ ਆ ਆਪਾਂ? ਇਹਦੇ ਵਿੱਚ ਆਪਾਂ ਡਿਵਾਈਡ ਕਰਦੇ ਆ ਫੋਰੈਸਟ ਨੂੰ 3 ਟਾਈਪਸ ਦੇ ਵਿੱਚ। ਇਹ ਟਾਈਪਾਂ ਦੇ ਆਧਾਰ ਤੇ ਪੇਪਰ ਸਵਾਲ ਬਣਨ ਦਾ ਪੂਰਾ ਚਾਂਸ ਹੈ। 3 ਕੈਟਾਗਰੀਜ਼ ਆਫ ਫੋਰੈਸਟਸ ਆਰ ਸਰਵੇਡ। ਪਹਿਲਾ ਹੈਗਾ ਬੱਚੋ ਵੈਰੀ ਡੈਂਸ ਫੋਰੈਸਟ,
दूजा हैगा मॉडरेटली डेंस फॉरेस्ट ते तीजा अपना हैगा जी ओपन फॉरेस्ट। समझ गए? तीन किहड़े है? वेरी डेंस फॉरेस्ट टाइप है, मॉडरेटली डेंस फॉरेस्ट है, इन्होंने बारी लिखिया मैं ओपन फॉरेस्ट है। फर्क की है? व्हाट इज द फर्क? फर्क यही है भी जदों आपां दिमाग च कहने घने जंगल तो समझ लो आपां गल कर रहे हैं वेरी डेंस फॉरेस्ट, ये असल च घने जंगल्स की गल हो रही है। ते सब तो वध अपने देश च आप पाए जाते हैं दूजे नंबर वाले मॉडरेटली डेंस फॉरेस्ट। है की फर्क उस दस देना मैं। वेरी डेंस फॉरेस्ट का मतलब होंदा है भी ओ लैंड ओ जमीन जिथे ट्री की डेंसिटी 70% तो अबव होवे। डेंसिटी की होंदा है? जो आप सेंसस पढ़ते होंगे हैं आप कह दें भी अपनी डेंसिटी 382 पर्सन पर किलोमीटर स्क्वायर है। ਇਹਦਾ मतलब पर किलोमीटर स्क्वायर च कितने लोग रहंदे आ? 382 रहंदे आ। बस इत्थे समझो दरख्त है, इत्थे समझ लो मान लो कोई आ एरिया है, इत्थे 70% अबव की अपने दरख्त ही दरख्त लगे पे है, उस एरिया ਨੂੰ ਆਪਾਂ ਕੀ ਬੋਲਾਂਗੇ? वेरी डेंस फॉरेस्ट। जमी सिंपल डेफिनेशन है। मॉडरेटली डेंस फॉरेस्ट बच्चों फिर ਆਪਾਂ ਕਿਹਨੂੰ ਬੋਲਾਂਗੇ? जिथे ट्री की डेंसिटी 40% एंड अबव है। हुण कितनी अबव है? ये तो ऑब्वियस है कि 70% तो थल्ले होगी। जे 70% जो टपाती फिर तो इस कैटेगरी दे विच आ जाऊगा। बड़ी सिंपल जी गल है। सो 40% एंड अबव, 40% एंड अबव ये अपनी कैटेगरी हुंदी है मॉडरेटली डेंस फॉरेस्ट। समझे मेरी गल? फिर अपने ओपन फॉरेस्ट है, इत्थे कहंदे डेंसिटी 10 आ मतलब की है 10% डेंसिटी तो होनी चाहिए है, ਉਹੀ ਇਹਦੇ ਵਿੱਚ ਕਾਊਂਟ ਹੋਊਗਾ। ਇੰਨੀ ਗੱਲ ਆਪਾਂ ਯਾਦ ਰੱਖਣੀ ਹੈ। ਇਹ ਵੀ ਐਗਜ਼ਾਮੀਨਰ ਨੇ ਜੇਕਰ ਟਫ ਸਵਾਲ ਬਣਾਉਣਾ ਹੈ ਬਣਾ ਸਕਦਾ ਹੈ। मतलब 10 ਤੋਂ 40% जेकर अपनी डेंसिटी है तो अपना की बन जाऊगा? ओपन फॉरेस्ट। 40 ਤੋਂ 70 अपना बच्चों की बन जाऊगा? मॉडरेटली डेंस फॉरेस्ट। 70 एंड अबव की बन जाऊगा? वेरी डेंस फॉरेस्ट। सो ये डेफिनेशनां ਤੁਹਾਨੂੰ पता होनियां चाहिए। हुण आपां देखदे हां आंकड़े। पहला आपां देखदे हां अपने मुल्क का टोटल एरिया कितना है? 32,87,263 किलोमीटर स्क्वायर अपने मुल्क का एरिया है। जब आप अपने मुल्क की गल करते हैं एरिया के अकॉर्डिंग अपना मुल्क 7वें नंबर ते है। लोगों के मामले सुखना फिर बहुत जल्द आप पहले ते भी आ जाएंगे बट फिलहाल आप दूजे ते हैं। हुण आप देखना फॉरेस्ट कवर कितने भी 32,87,263 ये अपने मुल्क का टोटल एरिया। समझो मेरी गल? ਇਹਦੇ ਵਿੱਚੋਂ फॉरेस्ट कितना एरिया? 7,13,799। हुण आंकड़ा पेपर के अकॉर्डिंग कीमती है। ਇਹਦਾ मतलब ये अपने मुल्क का टोटल परसेंट कितना जंगली एरिया है ਤਾਂ ਆਪਾਂ ਟਿਕ ਲਾਵਾਂਗੇ 21.71% है। ये रिपोर्ट कितने चਿਰ ਬਾਅਦ ਆਉਂਦੀ है? 2 ਸਾਲਾਂ ਬਾਅਦ। ਪਹਿਲਾਂ ਕਦੋਂ ਆਈ ਸੀ? 2019 ਚ। ਉਦੋਂ 21.67% ਏਰੀਆ ਸੀਗਾ। ਵੀ ਮਤਲਬ ਪਹਿਲਾਂ ਨਾਲੋਂ ਏਰੀਆ ਵਧਿਆ, ਬਾਲਾ ਵੀ ਨਹੀਂ ਵਧਿਆ। ਪਹਿਲਾਂ 7,12,000 ਕੁਛ ਸੀ, ਹੁਣ 7,13,000 ਕੁਛ ਆ ਗਿਆ। ਕੁਛ ਦਾ ਮਤਲਬ ਇੰਨਾ ਐਗਜ਼ੈਕਟ ਨਹੀਂ ਆਪਾਂ ਨੂੰ ਪੁੱਛਦੇ, परसेंटेज पूछ सकती है। ये एग्जैक्ट भी पूछ सकती है। 21.71% अपने मुल्क का टोटल एरिया फॉरेस्ट कवर है। जेकर आप कल दरख्तां नहीं देखना, कल दरख्तां ने कितना एरिया घेर के, कल दरख्तां ने ट्री कवर भी पहले नालों बढ़ गया 721 किलोमीटर। हुण जेकर आप दोनों कंबाइन कर दिए भी टोटल अपने मुल्क का ट्री कवर, टोटल अपने मुल्क का फॉरेस्ट कवर, ये टोटल किन्ना अपने इंडिया दे विच जां टोटल किन्ने परसेंट है? फिर आप टिक लावांगे 80.9 मिलियन हेक्टेयर, जां इहनूं छड्डो परे, कोई चक्कर वाली गल नहीं, 24.62%। 24.62%। ये पहला 24.51 इहदे आस-पास हुंदा सी, हुण ये 24.62 है। जेकर नाल बच्चों आपां ट्री कवर ऐड कर लईए 21.71 कल्ला अपना फॉरेस्ट कवर है। ते अपने मुल्क दीयां 17 स्टेटां ते यूनियन टैरेटरीआं, स्टेट्स एंड यूनियन टैरेटरीज, 33% एरिया ज्यादा फॉरेस्ट के अंडर है। 33% और मोर एरिया 17 स्टेटां ते यूटीआं दा फॉरेस्ट कवर के अंडर है। ये गल आपां याद रखनी है। जो अपने पंजाब दा 5-6% ही पढ़ते हुंदे आपां, पढ़दे नहीं पंजाब जीके च कि पंजाब दा कितना एरिया टोटल फॉरेस्ट कवर के अंडर है, हुशियारपुर सारे नालों वध जे वो चीज़ां आ गईआं। हाँ, हुण आपां देखना सिंपल पॉइंट, ਕਿਹੜੀ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਫੋਰੈਸਟ ਏਰੀਆ? ਤੇ ਕਮਾਲ ਪਤਾ ਕੀ ਹੈ? 2019 ਦੀ ਜਿਹੜੀ ਰਿਪੋਰਟ ਦੇ ਅੰਕੜੇ ਹੈ ਲੈਨੋਵਾਰ ਸੀਕੁਐਂਸ ਵਾਲੇ, ਉਹੀ 2021 ਦੇ ਹੈ। ਆ ਦੋਨੇ ਜਮਾ ਡਿਟੋ ਸੇਮ ਹੀ ਹੈ। ਆਈ 2019 ਸੀ ਸਭ ਤੋਂ ਵੱਧ ਫੋਰੈਸਟ ਏਰੀਆ ਹੈਗਾ ਪਹਿਲੇ ਨੰਬਰ ਤੇ ਵਿੱਚੋਂ ਮੱਧ ਪ੍ਰਦੇਸ਼, ਤੇ ਦੂਜੇ ਨੰਬਰ ਤੇ ਆਪਣਾ ਕਿਹੜਾ ਹੈ? अरुणाचल प्रदेश, तीजे नंबर ते बच्चों केड़ा है? छत्तीसगढ़। छत्तीसगढ़ है। चौथे नंबर ते केड़ा है? ओडिशा। ते पंजवें ते बच्चों की है? महाराष्ट्र। समझ गए?
ਇਹ ਪਿਛਲੀ ਵਾਰ ਵੀ ਇਹੀ ਸੀ। ਇੰਨਾ ਆਪਾਂ ਯਾਦ ਕਰਨ ਦੀ ਲੋੜ ਨਹੀਂ, ਮੂਰਲੇ 3 ਸਲੋਟ ਯਾਦ ਕਰ ਲਿਓ ਵੀ ਮੱਧ ਪ੍ਰदेश ਸਭ ਤੋਂ ਜ਼ਿਆਦਾ ਹੈ, ਫਿਰ ਭਾਈ ਅਰੁਣਾचल प्रदेश है, फिर छत्तीसगढ़ है। मध्य प्रदेश है, अरुणाचल प्रदेश है, छत्तीसगढ़ है। एक दो बारी पढ़ोगे, प्रैक्टिस करांगे, ईजिली अपने याद हो जाऊगा। ਇਹਦਾ ਵੈਸੇ ਆਪਾਂ ਟੋਟਲ ਫੋਰੈਸਟ ਏਰੀਆ ਦੇਖ ਲਿਆ। ਹੁਣ ਆਪਾਂ ਦੇਖਣਾ ਸਟੇਟ ਵਿਦ ਮੈਕਸਿਮਮ ਪਰਸੈਂਟੇਜ ਆਫ ਫੋਰੈਸਟ ਏਰੀਆ ਇਨ ਟਰਮਸ ਆਫ देयर ਏਰੀਆ। ਸਮਝ ਗਏ ਵੀ ਮੰਨ ਲਓ ਆ ਕੋਈ ਸਟੇਟ ਹੈ, ਇਹਦੀ ਆਪਦੀ ਸਟੇਟ ਦੇ ਏਰੀਆ ਦੇ ਅਕੋਰਡਿੰਗ ਕਿੰਨੀ ਪਰਸੈਂਟ ਫੋਰੈਸਟ ਏਰੀਆ ਹੈ, ਉਹ ਸਭ ਤੋਂ ਵੱਧ ਕਿੱਥੇ ਹੈ। ਉਦਾਹਰਨ ਤੌਰ ਤੇ ਮੈਂ ਦੱਸ ਦੇਣਾ, ਪਹਿਲੇ ਨੰਬਰ ਤੇ ਮਿਜ਼ੋਰਮ ਹੈ। ਮਿਜ਼ੋਰਮ ਪਹਿਲੇ ਨੰਬਰ ਤੇ ਕਿਵੇਂ? ਆਪਦੇ ਮਿਜ਼ੋਰਮ ਮੰਨ ਲਓ ਆ ਸਾਰਾ ਮਿਜ਼ੋਰਮ ਹੈ, मिजोरम का 84% एरिया, 84% एरिया की है फॉरेस्ट एरिया। चक लो, ਇਹਦਾ मतलब की है जो अपने पंजाब 6% है। सो आपदे एरिया के अकॉर्डिंग पहले नंबर ते किहड़ी स्टेट है? मिजोरम। दूजे ते अरुणाचल। आ कमाल दी गल नहीं, वैसे ओवरऑल फॉरेस्ट के मामले च भी अरुणाचल दूजे नंबर ते है, आपदे परसेंटेज के अकॉर्डिंग भी अरुणाचल प्रदेश दूजे नंबर ते है। ਤੇ ਬੱਚੋ ਤੀਜੇ ਤੇ ਕਿਹੜਾ ਹੈ? ਮੇਘਾਲਿਆ। ਬਸ ਇਹ ਤਿੰਨ ਸਲੋਟ ਯਾਦ ਕਰ ਲਓ। ਵੈਸੇ ਮੈਂ ਤਾਂ 5 ਲਿਖਤੇ ਕਿਉਂਕਿ ਮੇਰੇ ਥਾਂ ਵਾਧੂ ਪਈ ਸੀ, ਆਪਾਂ ਚੇਪੀ ਗਏ। ਆ ਭਾਈ ਚੌਥੇ ਨੰਬਰ ਤੇ ਹੈ, ਆ 5ਵੇਂ ਨੰਬਰ ਤੇ ਹੈ, ਬਟ ਲੋਡ ਨਹੀਂ ਯਾਦ ਕਰਦੀ ਇਹਨਾਂ, ਠੀਕ ਹੈ ਨਾ। ਹੁਣ ਆਪਾਂ ਹੋਰ ਕੁਝ ਅੰਕੜੇ ਦੇਖਦੇ ਹਾਂ। ਹਾਈਐਸਟ ਇਨਕਰੀਜ਼ ਇਨ ਫੋਰੈਸਟ ਏਰੀਆ, ਇਹ ਜ਼ਰੂਰੀ ਹੈ ਨਾ, ਰਿਪੋਰਟ ਹੈ, ਰਿਪੋਰਟ ਦੇ ਅਕੋਰਡਿੰਗ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਸਭ ਤੋਂ ਵੱਧ ਤਰੱਕੀ ਕਿਹੜੇ ਸਟੇਟ ਨੇ ਕੀਤੀ ਹੈ ਤੇ ਸਭ ਤੋਂ ਨਾਸ ਕਿਹਨੇ ਮਾਰਿਆ ਨਾ। ਹਾਈਐਸਟ ਇਨਕਰੀਜ਼ ਇਨ ਫੋਰੈਸਟ ਕਵਰ ਇਹ ਚ ਬੱਚਾ ਆਪਣਾ ਆਂਧਰਾ ਪ੍ਰਦੇਸ਼ ਹੈ। ਆ ਬਿਨਾ ਬਿੰਦੀ ਵਾਲਾ ਕੀ ਹੁੰਦਾ ਹੈ? ਇਹ ਤੇ ਬਿੰਦੀ ਪਾਈ ਨਹੀਂ ਮੈਂ, ਬਿਨਾ ਬਿੰਦੀ ਵਾਲਾ ਮੁੰਡਾ ਹੁੰਦਾ ਹੈ। ਕਿਤੇ ਐਂ ਕਹਿ ਦਿਓ ਵੀ ਬਿੰਦੀ ਵਾਲਾ ਬੁੜੀ ਹੁੰਦੀ ਹੈ। ਬਿੰਦੀ ਵਾਲਾ ਆ ਦੇਖੋ, ਬਿੰਦੀ ਵਾਲਾ ਕੀ ਹੈ? ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼ ਤੇ ਬਿਨਾ ਬਿੰਦੀ ਵਾਲਾ ਆਂਧਰਾ ਪ੍ਰਦੇਸ਼। ਸੋ ਸਾਰਿਆਂ ਨਾਲੋਂ ਜ਼ਿਆਦਾ ਤਰੱਕੀ ਕਿਹਨੇ ਕੀਤੀ ਹੈ? ਆਂਧਰਾ ਪ੍ਰਦੇਸ਼। ਦੂਜੇ ਤੇ ਤੇਲੰਗਾਨਾ। ਬਟ ਇੱਥੇ ਫੇਰ ਗਰਾਰੀ ਅੜ ਗਈ। ਜੇ ਪੇਪਰ 'ਚ ਧਿਆਨ ਨਾਲ ਨਾ ਪੜਿਆ ਤੁਹਾਨੂੰ ਐਗਜ਼ਾਮੀਨਰ ਨੇ ਫਸਾ ਲੈਣਾ, ਪਰ ਤੁਸੀਂ ਨਹੀਂ ਫਸਣਾ, ਮੂੰਹ 'ਚ ਪਾਣੀ ਨਹੀਂ ਲਿਆਉਣਾ ਬਸ। ਹਾਈਐਸਟ ਪਰਸੈਂਟੇਜ ਜੇ ਆਪਦੇ ਏਰੀਆ ਦੇ ਅਕੋਰਡਿੰਗ ਪਰਸੈਂਟੇਜ ਦੇਖੀਏ ਤਾਂ ਪਹਿਲੇ ਨੰਬਰ ਤੇ ਤੇਲੰਗਾਨਾ ਨੇ 3% ਇਨਕਰੀਜ਼ ਕੀਤਾ ਆਪਦਾ ਫੋਰੈਸਟ ਏਰੀਆ। ਉੱਥੇ ਕਹਾਣੀ ਪਲਟ ਗਈ। ਆਂਧਰਾ ਪ੍ਰਦੇਸ਼ ਨੇ ਆਪਦੇ ਏਰੀਆ ਦੇ ਅਕੋਰਡਿੰਗ ਇਨਕਰੀਮੈਂਟ ਕੀਤਾ, ਉਹ 2.22% ਹੈ ਤੇ ਤੇਲੰਗਾਨਾ ਨੇ 3.07% ਹੈ। ਸੋ ਇਹ ISFR ਦੀ ਰਿਪੋਰਟ ਸਾਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਆਪਣੇ ਮੁਲਕ ਦੀਆਂ 17 ਸਟੇਟਾਂ ਤੇ ਯੂਟੀਆਂ ਦਾ ਆਪਦਾ 33% ਤੋਂ ਜ਼ਿਆਦਾ ਫੋਰੈਸਟ ਏਰੀਆ ਹੈ। ਪਹਿਲੀ ਵਾਰ ਰਿਪੋਰਟ 87 ਚ ਆਈ ਹੈ। ਫੋਰੈਸਟ ਸਰਵੇ ਆਫ ਇੰਡੀਆ ਹੈਲਪ ਕਰਦੀ ਆਰਗੇਨਾਈਜੇਸ਼ਨ ਹੈ, ਕਿਹਦੇ ਅੰਡਰ ਹੈ? ਮਿਨਿਸਟਰੀ ਆਫ ਫੋਰੈਸਟ, এনवायरमेंट, ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਅੰਡਰ ਹੈ। ਇਹ ਇਸ ਵਾਰ ਕਿੰਨੀ ਰਿਪੋਰਟ ਹੈ, ਤੁਹਾਨੂੰ ਕਾਊਂਟਿੰਗ ਪ੍ਰੋਪਰ ਪਤਾ ਹੋਣੀ ਚਾਹੀਦੀ ਹੈ। ਸਮਝ ਗਏ ਮੇਰੀ ਗੱਲ? ਤੇ ਹੁਣ ਦੇਖਣਾ ਆਪਾਂ ਇਹਦੇ ਵਿੱਚ ਨਵੀਂ ਚੀਜ਼। ਪਹਿਲੀ ਵਾਰ ਹੋਇਆ ਫਸਟ ਟਾਈਮ ISFR 2021 ਦੇ ਵਿੱਚ ਵੀ ਇਹਨਾਂ ਜਿਹੜਾ ਫੋਰੈਸਟ ਕਵਰ ਹੈ ਉਹ ਟਾਈਗਰ ਰਿਜ਼ਰਵਸ, ਟਾਈਗਰ ਕੋਰੀਡੋਰ ਤੇ ਗਿਰ ਫੋਰੈਸਟ ਦਾ ਵੀ ਐਡ ਕੀਤਾ ਹੈ। ਮਤਲਬ ਉੱਥੇ ਵੀ ਸਰਵੇ ਕੀਤਾ ਹੈ। ਗਿਰ ਨੈਸ਼ਨਲ ਪਾਰਕਸ ਨੂੰ ਪਤਾ ਹੀ ਹੈ, ਇੱਕ ਘਰ ਹੈ ਆਪਣੇ ਏਸ਼ੀਆਟਿਕ ਲਾਇਨ ਦਾ। ਸਭ ਕੁਝ ਦੇਖਾਂਗੇ ਆਪਾਂ, ਬਿਗ ਕੈਟਸ ਆਪਾਂ ਦੇਖਾਂਗੇ। ਫੋਰੈਸਟ ਕਵਰ ਕਹਿੰਦੇ ਟਾਈਗਰ ਰਿਜ਼ਰਵ, ਟਾਈਗਰ ਕੋਰੀਡੋਰ ਦਾ ਮਤਲਬ ਕੀ ਹੁੰਦਾ? ਕੋਰੀਡੋਰ ਕੀ ਹੁੰਦਾ? ਕੋਰੀਡੋਰ ਜਿਵੇਂ ਸਕੂਲਾਂ 'ਚ ਆਪਣੇ ਕੋਰੀਡੋਰ ਹੁੰਦੇ ਆ ਵੀ ਮੰਨ ਲਓ ਆ ਆਪਣਾ ਕੋਰੀਡੋਰ ਹੈ, ਆ ਆਪਣੇ ਕੀ ਹੈ? ਕਲਾਸਰੂਮ ਹੈ, ਆ ਕਲਾਸ A ਹੈ ਪਹਿਲੀ, ਆ ਕਲਾਸ ਦੂਜੀ ਹੈ, ਆ ਕਲਾਸ ਤੀਜੀ ਹੈ, ਆ ਕੀ ਹੈ? ਕੋਰੀਡੋਰ ਹੈ ਆਪਣੇ ਤੁਰਨ ਫਿਰਨ ਵਾਸਤੇ। ਜਦੋਂ ਸਾਰਿਆਂ ਨਾਲ ਪ੍ਰੋਸੈਸ ਹੁੰਦੀ ਹੈ, ਮੰਨ ਲਓ ਟਾਈਗਰ ਰਿਜ਼ਰਵ 1 ਹੈ, ਆ ਟਾਈਗਰ ਰਿਜ਼ਰਵ 2 ਹੈ, ਆ ਟਾਈਗਰ ਰਿਜ਼ਰਵ 3 ਹੈ, ਸਾਰਿਆਂ ਨੂੰ ਪ੍ਰੋਸੈਸ ਹੋ ਗਈ, ਫਿਰ ਲਾਈਨ 'ਚ ਲੱਗੀ ਜਾਂਦੇ ਆ, ਆ ਕੋਰੀਡੋਰ 'ਚ ਤੁਰੇ ਫਿਰਦੇ ਆ, ਇਹ ਕੋਰੀਡੋਰ ਹੁੰਦਾ ਹੈ। मतलब एक टाइगर रिजर्व को दूसरे टाइगर रिजर्व से जोड़ता है। क्यों? थोड़े दिमाग च भी आ सकता है बई ओदा भी जी करदा घूमन फिरन दा यार। हुण तुसीं सारी उम्र आपदे घरे रह पैंदे हो, आपां अपने दौं उठदा भी गोल गप्पे खा के आउणी है जां फिर जाके आउणा बाहर मैं भी मैनूं सर नहीं रहा भी मेरा दौं जा उठी जांदा है, आपां फिर घूमन फिरन जाने है कि नहीं। तो उस तरीके टाइगर का भी जी करता है, फिर इन्हां दे रास्ते बने होंदे आ, कॉरिडोर बने होंदे आ, गप्पा शप्पा मारते हैं, मौज मस्ती करते हैं। तो हुण आपां चलो दी गल करदे हां, मुद्दे दी गल करदे हां। कहंदे भाई फॉरेस्ट कवर इन टाइगर कॉरिडोर हैज इंक्रीज्ड बाय 37.15 किलोमीटर। कहंदे 37 किलोमीटर का इजाफा हो गया अपने टाइगर कॉरिडोर दे विच। बट कॉरिडोर ना की आ रिजर्व है पर पतंदर अंदर घटाई बैठे है, बट डिक्रीज्ड बाय 22.6% किलोमीटर, सॉरी किलोमीटर नॉट परसेंट इन टाइगर
ਰਿਜ਼ਰਵ। ਇਹ ਟਾਈਗਰ ਰਿਜ਼ਰਵ, ਟਾਈਗਰ ਪ੍ਰੋਜੈਕਟ, ਇਹ ਸਾਰਾ ਕੁਝ ਆਪਾਂ এনवायरमेंट ਦੀਆਂ ਕਲਾਸਾਂ ਵਿੱਚ ਦੇਖਿਆ ਔਰ ਯਾਦ ਹੋਵੇ ਤਾਂ ਯਾਦ ਹੋਣਾ ਚਾਹੀਦਾ। ਵੈਸੇ ਹੋਵੇ ਤਾਂ ਕੀ ਮਤਲਬ ਹੈ, ਹੁਣ ਦੇਖਣਾ ਪਹਿਲੇ ਨੰਬਰ ਤੇ ਫਿਰ ਬਾਜੀ ਕਿਹੜੇ ਪਾਰਕ ਨੇ ਮਾਰੀ ਹੈ, ਕਿਹੜੇ ਟਾਈਗਰ ਰਿਜ਼ਰਵ ਨੇ ਮਾਰੀ ਹੈ। ਪੱਕੇ ਲੋ ਪੱਕੀ ਗੱਲ ਵਿੱਚ ਨੋਟ ਕਰ ਲਓ, ਪੱਕੇ ਵਾਲੇ ਖਾਸ ਕਰਕੇ ਨੋਟ ਕਰ ਲਓ, ਪੱਕੇ ਵਾਲੇ ਬਹੁਤ ਕਲਾਸਾਂ ਦੇਖੀ ਜਾਂਦੇ ਹੋਣਗੇ। ਪੱਕੇ ਟਾਈਗਰ ਰਿਜ਼ਰਵ ਇਨ ਅਰੁਣਾਚਲ ਪ੍ਰਦੇਸ਼ हैज द हाईएस्ट फॉरेस्ट कवर। लाओ साहब लग जोड़ दो, टाइगर ही है बतंदर सॉरी फॉरेस्ट ही फॉरेस्ट है, दरख्त ही दरख्त है, टाइगर तो लभना पैंदा होगा। पक्के टाइगर रिजर्व दा अरुणाचल प्रदेश दे विच है, आप दे टोटल एरिया दे 97% की है फॉरेस्ट ही, 97% की है फॉरेस्ट। हुण आपां देखना वो टाइगर रिजर्व जिन्हां ने फिर की है हाईएस्ट लॉस दिता आपां नूं भी जिथे टाइगर आपां फॉरेस्ट कवर घट गया वो किहड़ा है कवल कावल ਜਾਂ ਆਪਾਂ ਤਾਂ ਪੰਜਾਬੀ ਫਿੱਟ ਕਰਨੀ ਹੈ ਸਮਝ ਲਓ। ਇੱਥੇ ਵੀ ਕੇਵਲ ਲਾਉਣ ਲੱਗ ਗਏ, ਹੁਣ ਕੇਵਲ ਲਾਉਣ ਲੱਗ ਕੇ ਦਰਖਤ ਵੜਤੇ ਇਹਨਾਂ ਨੇ, ਕੇਵਲ ਤਾਰਾਂ ਪਾਉਣ ਲੱਗ ਗਏ, ਕੇਵਲ ਆਪਣਾ ਤੇਲੰਗਾਨਾ ਵਾਲਾ, ਫਿਰ ਬਾਂਦਰ ਨਾ ਕਹਤੇ ਬੱਦਰ ਆਪਣਾ ਕਰਨਾਟਕਾ, ਆ ਕੇਟੀ ਮਤਲਬ ਆਪਣਾ ਕਰਨਾਟਕਾ ਹੋਇਆ ਕਰੂਗਾ। ਆ WB ਦਾ ਮਤਲਬ ਵਰਲਡ ਬੈਂਕ ਨਹੀਂ ਹੈਗਾ, ਇਹ ਆਪਣਾ ਵੈਸਟ ਬੰਗਾਲ ਹੋਇਆ ਕਰੂਗਾ। ਇਸ ਨੂੰ ਹੌਲੀ ਸਾਰੇ ਪੱਤੇ ਆਪਾਂ ਖੋਲਦੇ ਜਾਇਆ ਕਰਾਂਗੇ। ਆ ਆਪਣਾ ਛੱਤੀਸਗੜ੍ਹ ਹੋਇਆ ਕਰੂਗਾ, ਆ ਆਪਣਾ ਆਂਧਰਾ ਪ੍ਰਦੇਸ਼ ਹੋਇਆ ਕਰੂਗਾ, ਆ ਆਪਣਾ ਅਰੁਣਾਚਲ ਪ੍ਰਦੇਸ਼ ਹੋਇਆ ਕਰੂਗਾ, ਆ ਆਪਣਾ ਕਨਸਟੀਟਿਊਸ਼ਨ ਹੋਇਆ ਕਰੂਗਾ, ਆ ਆਪਣਾ ਪ੍ਰੈਜ਼ੀਡੈਂਟ ਹੋਇਆ ਕਰੂਗਾ। ਬਾਕੀ ਜਿਹੜਾ ਕੁਝ ਹੋਰ ਦੇਖਾਂਗੇ ਮੌਕੇ ਤੇ ਹੋਇਆ ਕਰੂਗਾ ਉਹ। ਤੇ ਸੁੰਦਰਬਨ ਰਿਜ਼ਰਵ ਬੱਚੋ ਆਪਣਾ ਵੈਸਟ ਬੰਗਾਲ। ਇਹ ਤਿੰਨਾਂ ਨੇ ਬਾਜੀ ਮਾਰੀ ਹੈ ਪੁੱਠੇ ਲੋਟ, ਇਹ ਬਾਜੀ ਪੁੱਠੀ ਮਾਰ ਗਏ, ਇੱਥੇ ਹਾਈਐਸਟ ਫੋਰੈਸਟ ਲਾਸ ਹੋਇਆ ਹੈ। ਸਮਝੇ? ਚਲੋ ਵੀ ਹੁਣ ਆਪਾਂ ਪਹੁੰਚਦੇ ਹਾਂ ਨੈਕਸਟ ਖਬਰ ਤੇ। ਪਹਿਲੀ ਤੇ ਜ਼ਿਆਦਾ ਟਾਈਮ ਲੱਗ ਗਿਆ ਆਪਾਂ ਨੂੰ, ਕਿਉਂਕਿ ਰਿਪੋਰਟਾਂ ਕਵਰ ਕਰਨੀਆਂ ਬਹੁਤ ਜ਼ਰੂਰੀ ਹੈ ਡਿਟੇਲ ਦੇ ਵਿੱਚ। ਵਰਲਡ ਬ੍ਰੇਲ ਡੇ 2022 ਕੱਲਾ ਜਾਣਦਾ ਹੈ ਬ੍ਰੇਲ ਸਾਹਿਬ ਨੂੰ। ਬ੍ਰੇਲ ਇਹ ਬੰਦੇ ਦਾ ਨਾਮ ਹੈ, ਲੂਇਸ ਬ੍ਰੇਲੇ। ਆਪਾਂ ਇਹਨਾਂ ਨੂੰ ਬ੍ਰੇਲੇ ਵੀ ਕਹਿ ਦਿੰਦੇ ਆ ਬਟ ਪ੍ਰੋਪਰ ਇਹਨੂੰ ਪ੍ਰੋਨਾਂਸ ਬ੍ਰੇਲ ਕਰਦੇ ਆ। ਇਹ ਫ੍ਰੈਂਚ ਟੀਚਰ ਸੀ ਬੱਚੋ, ਫ੍ਰੈਂਚ ਟੀਚਰ, ਬਹੁਤ ਪੁਰਾਣਾ ਟੀਚਰ, ਅੱਜ ਦਾ ਟੀਚਰ ਨਹੀਂ ਹੈਗਾ, ਕਿਤੇ ਕਲਾਸ YouTube ਤੇ ਲੱਭਣ ਲੱਗ ਜਾਓ ਤੁਸੀਂ। ਬਹੁਤ ਪੁਰਾਣਾ ਟੀਚਰ ਸੀ ਇਹ, ਤੇ ਕੁੱਲ ਮਿਲਾ ਕੇ 3 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ। ਥੋੜੇ ਸਾਲਾਂ ਬਾਅਦ ਮਤਲਬ ਇਹਨਾਂ ਦੀ ਭਾਈ ਆਪਦੇ ਫਾਦਰ ਨਾਲ ਸ਼ਾਪ ਤੇ ਡਿਊਟੀ ਕਰਦੇ ਦੀ ਕੰਮ ਕਰਦੇ ਦੂਜੀ ਅੱਖ ਦੀ ਰੋਸ਼ਨੀ ਵੀ ਚਲੀ ਗਈ। ਇਹ ਤਾਂ ਬੜਾ ਔਖਾ ਹੋ ਗਿਆ ਕਿ ਜਿਹੜੇ ਬੰਦੇ ਨੂੰ ਦਿਸ ਹੀ ਨਹੀਂ ਰਿਹਾ ਕੀ ਜ਼ਿੰਦਗੀ ਹੈ ਵਿਚਾਰੇ ਦੀ। ਸੋਚਣ ਵਾਲੀ ਗੱਲ ਹੈ ਵੀ ਆਪਾਂ ਅੱਖ ਤੇ ਪੱਟੀ ਬੰਨ ਕੇ ਜਦੋਂ ਕਿਹੜਾ ਖੇਡਣ ਲੱਗ ਜਾਂਦੇ ਆ, ਪੂਰਾ ਬੌਂਦਲ ਜਾਂਦੇ ਆਪਾਂ, 1 ਮਿੰਟ ਦੇ ਵਿੱਚ ਆਪਾਂ ਨੂੰ ਘੇਰ ਚੜਨ ਲੱਗ ਜਾਂਦੀ ਹੈ ਵੀ ਚੱਲ ਨਹੀਂ ਸਕਦੇ ਆਪਾਂ। ਐਡਾ ਵੱਡਾ ਮਤਲਬ ਐਡਾ ਵੱਡਾ ਆਪਾਂ ਲੱਗਦਾ ਵੀ ਇਦਾਂ ਪਤਾ ਚਲੋ ਬਸ ਮੈਨੂੰ ਕਹਿਣਾ ਚਾਹੀਦਾ ਇਹ ਬੰਦਾ ਮਾਰੀ ਜਾਵੇ, ਮਤਲਬ ਐਂ ਫੀਲ ਹੋਣ ਲੱਗ ਜਾਂਦਾ ਆਪਾਂ। ਇੱਥੇ ਤੁਸੀਂ ਦੇਖ ਲਓ ਬ੍ਰੈਲੇ ਸਾਹਿਬ ਨਾਲ ਕਿੰਨੀ ਭੈੜੀ ਹੋਈ, ਬਟ ਇਹਨੇ ਕੀ ਕੀਤਾ, ਇਹਨੇ ਫਿਰ ਜਿਹੜੇ ਬਲਾਈਂਡ ਪੀਪਲ ਹੁੰਦੇ ਆ ਉਹਨਾਂ ਵਾਸਤੇ ਇਹਨੇ ਫਿਰ ਇੱਕ ਲੈਂਗੁਏਜ ਲਿਆਂਦੀ, ਇੱਕ ਭਾਸ਼ਾ, ਇੱਕ ਲੈਂਗੁਏਜ ਡਿਵੈਲਪ ਕੀਤੀ। ਉਹਨੂੰ ਕਹਿੰਦੇ ਆ ਬ੍ਰੈਲੇ ਸਕ੍ਰਿਪਟ। ਉਹ ਕੀ ਹੁੰਦੀ ਹੈ, ਉਹ 6 ਡਾਟ ਲੈਂਗੁਏਜ ਹੁੰਦੀ ਹੈ। 6 ਡਾਟ ਲੈਂਗੁਏਜ ਬ੍ਰੈਲੇ ਕੀ ਹੁੰਦੀ ਹੈ ਬੱਚੋ, 6 ਡਾਟ ਲੈਂਗੁਏਜ ਹੁੰਦੀ ਹੈ। ਆ 6 ਡਾਟ ਹੈ, ਇਹ ਚ ਮੰਨ ਲਓ ਇੱਕ ਡਾਟ ਆ ਕੀ ਆ ਪੂਰਾ ਹਾਰਡ ਕੀਤਾ ਹੋਇਆ, ਗੂੜਾ ਕੀਤਾ ਹੋਇਆ, ਅਪਰ ਕੀਤਾ ਹੋਇਆ, ਤਾਂ ਬੰਦਾ ਜਿਹੜਾ ਬਲਾਈਂਡ ਪੀਪਲ ਹੁੰਦੇ ਆ ਜਿਹਨਾਂ ਨੂੰ ਨਹੀਂ ਦਿੰਦਾ ਉਹ ਫਿਰ ਕੀ ਹੈ ਇਹਨੂੰ ਹੱਥ ਲਾ ਕੇ ਦੇਖਣਗੇ, ਇਹਨੂੰ ਹੱਥ ਲਾ ਕੇ ਦੇਖਣਗੇ, ਇਹਨੂੰ ਪਤਾ ਲੱਗ ਜਾਊਗਾ ਵੀ ਆ ਇਧਰਲਾ ਇੱਕ ਉੱਠਮਾ ਜਾ ਵੀ ਇਹ ਏ ਲਿਖੀ ਹੈ, ਆ ਮੈਂ ਤੁਹਾਨੂੰ ਪਤਾ ਏ ਲਿਖੀ ਹੈ ਮੈਂ ਏ, ਫਿਰ ਆਈ ਇਹ ਬੀ ਲਿਖ ਦਿੰਦੇ ਆ ਐ, ਮਤਲਬ ਇਧਰ 2 ਆ ਡਾਟ ਵੱਡੇ ਆ ਜਾਂਦੇ ਆ, ਬਾਕੀ ਡਾਟ ਵੀ ਛੋਟੇ ਆ, ਆਈ ਫਿਰ ਉੱਪਰਲਾ ਡਾਟ ਆ ਜਾਂਦੇ ਆ 2, ਆਪਸ ਸੀ ਲਿਖਤੀ, ਐ ABCD ਹੁੰਦੀ ਆ ਸਾਰੀ ਇਹਨਾਂ ਦੀ। ਉਦੋਂ ਬਾਅਦ ਫਿਰ ਇਹ ਮਤਲਬ ਤਾਂ ਹੀ ਇਹਨੂੰ ਕੀ ਬੋਲਦੇ ਆ, ਤਾਂ ਹੀ ਬੱਚੋ ਬ੍ਰੇਲ ਨੂੰ ਬੋਲਦੇ ਆ 6 ਡਾਟ ਲੈਂਗੁਏਜ। ਕੀ ਬੋਲਦੇ ਆ 6 ਡਾਟ ਲੈਂਗੁਏਜ। ਤੇ ਇਹ ਦਿਨ ਬਣਾਇਆ ਜਾਂਦਾ ਆਏ ਸਾਲ ਬੱਚੋ 4 ਜਨਵਰੀ ਨੂੰ। 4 ਜਨਵਰੀ ਨੂੰ ਕਿਉਂ ਬਣਾਇਆ ਜਾਂਦਾ ਹੈ, ਕਿਉਂਕਿ ਜਿਹੜੇ ਬੰਦੇ ਨੇ ਭਾਸ਼ਾ ਡਿਵੈਲਪ ਕੀਤੀ ਹੈ ਫਿਰ ਉਸੇ ਦੀ ਬਰਥ ਐਨੀਵਰਸਰੀ ਤੇ ਲਿਆਇਆ ਜਾਂਦਾ ਦਿਨ। ਇਹ ਉਸੇ ਦੀ ਬਰਥ ਐਨੀਵਰਸਰੀ ਸੀਗੀ ਲੂਇਸ ਬ੍ਰੇਲ ਦੀ। ਆ ਮੜੀ ਖਬਰ ਪੜ੍ਹ ਲੈਂਦੇ ਆਪਾਂ ਵੀ ਭਾਈ ਇਟ ਇਜ਼ ਸੈਲੀਬ੍ਰੇਟਡ ਬਾਈ ਯੂਨਾਈਟਿਡ ਨੇਸ਼ਨ। ਬਾਕੀ ਇਹਦੇ ਨਾਲ ਹੋਰ ਸਮੇਂ ਤੋਂ ਆਰਗੇਨਾਈਜੇਸ਼ਨਾਂ ਜੁੜ ਜਾਂਦੀਆਂ। ਤੇ ਪਹਿਲੀ ਵਾਰ ਯਾਦ ਰੱਖਿਓ ਦਿਨ ਕਦੋਂ ਬਣਾਇਆ ਗਿਆ, 2019 ਦੇ ਵਿੱਚ। ਤੇ 4 ਜਨਵਰੀ ਨੂੰ ਕਿਉਂ ਚੁਣਿਆ, ਕਿਉਂਕਿ ਇਹਦੀ ਬਰਥ ਐਨੀਵਰਸਰੀ ਹੁੰਦੀ ਹੈ ਲੂਇਸ ਬ੍ਰੇਲ ਦੀ। ਤੇ ਲੂਇਸ ਨੇ ਕੀਤਾ ਕੀ ਹੈ, ਇਹਨੇ ਇਨਵੈਂਟ ਕੀਤਾ ਬ੍ਰੇਲ ਲੈਂਗੁਏਜ ਨੂੰ 1809 ਦੇ ਵਿੱਚ। ਤੇ ਇਹ ਲੈਂਗੁਏਜ ਬੱਚੋ ਹੁੰਦੀ ਕੀ ਹੈ, ਮੈਂ ਤੁਹਾਨੂੰ ਦੱਸ ਦਿੱਤਾ। ਹੋਰ ਕੀ ਹੁੰਦੀ ਹੈ, ਵਿੱਚ ਅਲਫਾਬੈਟ ਤੇ ਨੰਬਰ ਕ੍ਰੀਏਟ ਕੀਤੇ ਜਾਂਦੇ ਆ ਯੂਜ਼ਿੰਗ 6 ਡਾਟ। ਸੋ ਤਾਂ ਕਰਕੇ ਬ੍ਰੇਲ ਨੂੰ 6 ਡਾਟ ਕਹਿੰਦੇ ਆ। ਬਟ ਸਭ ਤੋਂ ਵੱਡਾ ਸਵਾਲ ਆਪਣੇ ਇਹ ਪੈਦਾ ਹੁੰਦਾ ਹੈ ਵੀ ਆਪਾਂ ਬਲਾਈਂਡ ਕਿਹਨੂੰ ਕਹਿੰਦੇ ਆ। ਹੁਣ ਆਪਾਂ ਤਾਂ ਇੱਕ ਦੂਜੇ ਨੂੰ ਕਹਿੰਦੇ ਗਾਲਾਂ ਕੱਢਦੇ, ਤੈਨੂੰ ਦੀਨਾ ਨਹੀਂ, ਤੈਨੂੰ ਜਦੋਂ ਰੋਡ ਤੇ ਐਕਸੀਡੈਂਟ ਹੁੰਦਾ ਗਲ ਪੈਂਦੀ, ਤੈਨੂੰ ਦੀਨਾ ਨਹੀਂ, ਤੂੰ ਅੰਨਾ ਹੋਇਆ ਫਲਾਨਾ ਢੌਂਕਾ। ਹੁਣ ਐਂ ਤਾਂ ਹੈ ਨਹੀਂ ਵੀ ਉਹ ਸੱਚੀ ਬਲਾਈਂਡ ਹੈ, ਉਹ ਤਾਂ ਆਪਾਂ ਮਤਲਬ ਵੈਸੇ ਵੀ ਮਤਲਬ ਕਿ ਗਰਮੈਸ਼ ਕੱਢਤੀ ਆਪਦੀ। ਆਪਾਂ ਨੂੰ ਤਾਂ ਪ੍ਰੋਪਰ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ
कि ब्लाइंड पीपल किसको बोलेंगे भाई साहब, डेफिनेशन ऑफ ब्लाइंडनेस इन इंडिया, क्योंकि ये डेफिनेशन आप चेंज करती। ਹੁਣ ਆਪਾਂ ਹੁਣ ਜਿਵੇਂ ਹੁਣ ਆਪਾਂ ਕਹਿੰਦੇ ਨੇ ਵੀ ਆਪਾਂ ਕਿਵੇਂ ਚੈੱਕ ਕਰਦੇ ਆ, ਆਪਾਂ ਤਾਂ ਮਤਲਬ ਨਿਗਾ ਚੈੱਕ ਕਰਾਉਣ ਜਾਂਦੇ ਆ, ਵੈਸੇ ਠੀਕ ਆ ਆਪਾਂ ਨੂੰ ਤਾਂ ਲੋੜ ਵੈਸੇ ਰੱਬ ਮੈਂ ਕਹਿਣਾ ਨਾ ਹੀ ਪਾਵੇ, ਚਲੋ ਮਸਲਾ ਇੱਥੇ ਹੀ ਆਉਣਾ ਐਵੇਂ ਕੁਝ ਬੋਲਿਆ ਜੋ ਫਿਰ ਕੀ ਫਾਇਦਾ, क्योंकि दिमाग थोड़ा पुठा चल पैंदा कई बारी। रिसेंटली इंडिया ने चेंज करता बच्चों एज ओल्ड डेफिनेशन, पुरानी बहुत पुरानी डेफिनेशन सी 1976 ਦੇ ਵਿੱਚ 76 ਦੀ, ਹੁਣ 2000 ਤੇ ਆਪਾਂ ਕੀ ਇੱਥੇ ਆ ਗਏ, ਆਪਾਂ 21 22 ਤੇ ਆ ਗਏ ਆਪਾਂ। ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ, ਇਹ ਪੜ੍ਹਨਾ ਤਾਂ ਔਖਾ ਹੋ ਜਾਂਦਾ, ਪੰਜਾਬੀ ਚ ਮੈਂ ਦੱਸ ਦਿੰਦਾ। 76 ਤੋਂ ਪਹਿਲਾਂ ਪਤਾ ਕੀ ਹੁੰਦਾ ਸੀਗਾ ਵੀ ਚੈੱਕ ਕਰਨ ਦਾ ਤਰੀਕਾ ਵੀ ਇਹ ਬੰਦਾ ਬਲਾਈਂਡ ਹੈ ਕਿ ਨਹੀਂ, ਆਪਾਂ ਘਰਾਂ 'ਚ ਨਹੀਂ ਕਰਦੇ ਆ ਕਿੰਨਾ ਕਰਦੇ ਨਾ ਆਪਾਂ ਵੀ ਆਪਾਂ ਕਹਿੰਦੇ ਨੇ ਵੀ ਇੱਧਰ ਆ ਬੈਠਾ ਵੀ ਆ ਕਿੰਨਾ ਆਈ ਕਿੰਨਾ, ਆਹੀ ਡੈਫੀਨੇਸ਼ਨ ਆਪਣੀ ਸੱਚੀ ਹੁੰਦੀ ਸੀ। ਕਹਿੰਦੇ 6 ਮੀਟਰ ਤੋਂ ਬੰਦਾ ਇੱਥੇ ਖੜਾ ਲਿਆ, 6 ਮੀਟਰ ਤੋਂ ਉਹਨੂੰ ਪੁੱਛਣ ਲੱਗ ਜਾਂਦੇ ਆ ਆ ਕਿੰਨਾ, ਸੱਚ ਆ ਕਿੰਨਾ ਜੇ ਉਹਨੇ ਸਹੀ ਦੱਸਤਾ ਇਹਦਾ ਮਤਲਬ ਠੀਕ ਹੈ 6 ਮੀਟਰ ਤੋਂ, ਬਟ ਤੁਹਾਨੂੰ ਲੱਗਦਾ ਨਹੀਂ ਵੀ 6 ਮੀਟਰ ਤੋਂ ਇਹਨੂੰ ਨਹੀਂ ਦਿੰਦਾ, ਇਹਨੂੰ ਮੈਂ 6 ਮੀਟਰ ਤੋਂ ਪੁੱਛਣਾ ਇਹ ਬਾਉਂਡਰ ਜਾਂਦਾ, ਫਿਰ ਤੇ ਇਹ ਵੀ ਆਪਣਾ ਬਲਾਈਂਡ ਪੀਪਲ ਦੀ ਕੈਟੇਗਰੀ ਚ ਜਾਊਗਾ। ਇਹ ਡੈਫੀਨੇਸ਼ਨ ਬੱਚਾ ਬਸ 3 ਮੀਟਰ ਤੋਂ ਕਰਤਾ ਵੀ 3 ਮੀਟਰ ਤੋਂ ਪੁੱਛ ਲਓ ਵੀ ਆ ਕਿੰਨਾ ਉਹਦੇ ਅਕੋਰਡਿੰਗ ਫਿਰ ਇਹ ਚੀਜ਼ ਆਪਾਂ ਸੋਲਵ ਕਰ ਸਕਦੇ ਹਾਂ ਵੀ ਇਹ ਬੰਦਾ ਬਲਾਈਂਡ ਹੈਗਾ ਕਿ ਨਹੀਂ, ਸਮਝ ਗਏ। ਪਹਿਲਾਂ 6 ਮੀਟਰ ਤੋਂ ਹੁੰਦਾ ਸੀ ਤੇ ਹੁਣ ਬੱਚੋ ਇਹ ਹੈਗਾ 3 ਮੀਟਰ ਤੋਂ, ਸੋ ਇਹ ਚੀਜ਼ ਆਪਾਂ ਡੈਫੀਨੇਸ਼ਨ ਆਪਾਂ ਰੱਖਣੀ ਹੈ ਯਾਦ। ਚਲੋ ਫਿਰ ਆਪਣਾ ਆ ਗਿਆ ਨੈਸ਼ਨਲ ਯੂਥ ਫੈਸਟੀਵਲ 2022, ਇਹ ਵੀ ਬਣਾਇਆ ਜਾਂਦਾ ਹੈ ਆਪਣਾ ਜਨਵਰੀ ਮਹੀਨੇ ਦੇ ਵਿੱਚ ਹੀ। ਤੁਹਾਨੂੰ ਵੈਸੇ ਨਾ ਜਦੋਂ ਆਪਣਾ ਜਨਵਰੀ ਮੰਥ ਪੂਰਾ ਹੋ ਗਿਆ, ਰਿਵੀਜ਼ਨ ਦੇਖੋ ਬੜੀ ਧਾਕੜ ਕਰਵਾਉਂਗਾ, ਸਾਰੇ ਨੈਸ਼ਨਲ ਖਬਰਾਂ ਅੱਡ ਹੋਣਗੀਆਂ, ਇੰਟਰਨੈਸ਼ਨਲ ਅੱਡ ਹੋਣਗੀਆਂ, ਡੇਜ਼ ਅੱਡ ਹੋਣਗੇ, ਇੰਡੈਕਸ ਅੱਡ ਹੋਣਗੇ, ਸਪੋਰਟਸ ਅੱਡ ਹੋਣਗੇ, ਡੇਜ਼ ਅੱਡ ਹੋਣਗੇ, ਸਾਰਾ ਕੁਝ ਅੱਡ ਅੱਡ ਹੋਊਗਾ। ਸੋਨੂੰ ਵੀ ਅੱਡ ਕਰਾ ਦੂੰ ਘਰੋਂ ਮੈਂ। ਪੀਐਮ ਮੋਦੀ ਨੇ ਕਹਿੰਦੇ ਵਿਜ਼ਿਟ ਕੀਤਾ ਪੁਡੂਚੇਰੀ ਔਨ 12 ਜਨਵਰੀ, ਕਾਹਦੇ ਵਾਸਤੇ ਇਨੈਗੂਰੇਟ ਕੀਤਾ 25th ਨੈਸ਼ਨਲ ਯੂਥ ਫੈਸਟੀਵਲ, ਜਿਹੜਾ ਕਿ ਆਪਾਂ 12 ਜਨਵਰੀ ਨੂੰ ਹੀ ਬਣਾਉਣੇ ਆ, ਕਿਉਂਕਿ ਕੋਈ ਨਾ ਕੋਈ ਤਾਂ ਓਕੇਜ਼ਨ ਹੋਊਗਾ। ਸਵਾਮੀ ਵਿਵੇਕਾਨੰਦਾ ਜੀ ਦੀ ਬਰਥ ਐਨੀਵਰਸਰੀ ਹੁੰਦੀ ਹੈ, ਜਿਹੜੇ ਕਿ ਬਹੁਤ ਛੋਟੀ ਉਮਰ ਦੇ ਵਿੱਚ ਹੀ ਮਤਲਬ ਇਹਨਾਂ ਡੈਥ ਹੋ ਗਈ ਸੀ, ਬਟ ਨਾਮ ਦੇਖੋ ਕਮਾਇਆ ਉਹਨਾਂ ਨੇ। ਖਾਸ ਕਰਕੇ ਆਪਾਂ ਸਵਾਮੀ ਵਿਵੇਕਾਨੰਦਾ ਜੀ ਦੀ ਗੱਲ ਜਦੋਂ ਕੋਈ ਹਿਸਟਰੀ ਰਿਲੇਟਡ ਪੁਆਇੰਟ ਆਊਗਾ ਉੱਥੇ ਕਰਾਂਗੇ। ਸਵਾਮੀ ਵਿਵੇਕਾਨੰਦਾ ਜੀ ਦਾ ਅਸਲ 'ਚ ਨਾਮ ਕੀ ਹੈ? ਨਰਿੰਦਰਨਾਥ ਦੱਤ, ਨਰਿੰਦਰਨਾਥ ਦੱਤ। ਸੋ ਇਹ ਚੀਜ਼ ਆਪਾਂ ਰੱਖਣੀ ਹੈ ਯਾਦ। ਸੋ ਇਹਨਾਂ ਦੀ ਬਰਥ ਐਨੀਵਰਸਰੀ ਹੁੰਦੀ ਹੈ ਬੱਚੋ 12 ਜਨਵਰੀ ਨੂੰ, ਉਹਦੇ ਬਣਾਉਣੀ ਹੈ ਨੈਸ਼ਨਲ ਯੂਥ ਫੈਸਟੀਵਲ। ਇਹਨੂੰ ਬਣਾਉਂਦਾ ਕੌਣ ਹੈ? ਆ NYF ਨਾਲ ਹੀ ਲਿਖਿਆ, ਠੀਕ ਹੈ ਨਾ। ਨੈਸ਼ਨਲ ਯੂਥ ਫੈਸਟੀਵਲ is organized by Ministry of Youth Affairs and Sports, ਇਹਨੂੰ ਆਰਗੇਨਾਈਜ਼ ਕਰਦਾ ਹੈ ਇੱਕ ਸਟੇਟ ਜਾਂ ਯੂਟੀ ਦੇ ਨਾਲ ਮਿਲ ਕੇ ਕਰਦਾ ਹੈ। ਸੋ ਇਸ ਵਾਰ ਕਿੱਥੇ ਬਣੀ ਹੈ, ਕਿਹਦੇ ਨਾਲ ਸਹਿਯੋਗ ਨਾਲ ਹੋਇਆ? ਪੁਡੂਚੇਰੀ। ਯਾਦ ਰੱਖਣਾ ਹੈ ਇੱਥੇ ਪੁਡੂਚੇਰੀ ਕੀਮਤੀ ਹੈ, ਬਟ ਇਸ ਵਾਰ ਪਾਰਟਿਸਿਪੇਸ਼ਨ ਥੋੜੀ ਤੁਹਾਨੂੰ ਪਤਾ ਕਿਹੋ ਜਿਹੀ ਹੋਣੀ ਹੈ, ਕਿਉਂਕਿ ਕਰੋਨਾ ਸੀਗਾ। ਇਸ ਵਾਰ ਉਹੀ ਯੂਥ ਪਾਰਟਿਸਿਪੇਟ ਕਰ ਸਕਿਆ ਜਿਹੜਾ ਫੁੱਲੀ ਵੈਕਸੀਨੇਟਡ। ਬਾਕੀ ਤੁਹਾਨੂੰ ਪਤਾ ਹੀ ਹੈ ਕਾਗਜ਼ਾਂ 'ਚ ਤਾਂ ਫੁੱਲੀ ਵੈਕਸੀਨੇਟਡ ਆਪਣਾ ਸਾਰਾ ਮੁਲਕ ਹੀ ਹੋਈ ਜਾਂਦਾ, ਤੁਸੀਂ ਹੋਏ ਬੈਠੇ ਹੋਗੇ ਬਥੇਰੇ ਵਿੱਚ। ਚਲੋ ਵੀ ਕਹਿੰਦੇ 12 ਤੋਂ 16 ਜਨਵਰੀ ਤੱਕ ਇਹ ਫੈਸਟੀਵਲ ਚੱਲਦਾ ਹੈ। ਇਹਦਾ ਫਿਰ ਪੂਰਾ ਹਫ਼ਤਾ ਹੀ ਹੋ ਗਿਆ, ਤਾਂ ਹੀ ਪੇਪਰ ਵਾਲਾ ਕਈ ਵਾਰੀ ਜਿਹਨੂੰ ਜਾਣ ਕੇ ਵੀਕ ਵੀ ਪਾ ਸਕਦਾ ਹੈ। ਆ ਦੇਖੋ ਦ ਵੀਕ ਕਮੈਂਸਿੰਗ ਮਤਲਬ ਸਟਾਰਟ ਹੁੰਦਾ ਹੈ from this day is known as National Youth Week 12 ਤੋਂ 16 ਜਨਵਰੀ। ਸਵਾਮੀ ਵਿਵੇਕਾਨੰਦਾ ਦੀ ਯਾਦ ਵਿੱਚ 12 ਜਨਵਰੀ ਨੂੰ ਮੋਦੀ ਪੁਡੂਚੇਰੀ ਜਾ ਕੇ ਆਪਣਾ ਉਦਘਾਟਨ ਕਰਾਇਆ, ਚਾਲੂ ਕਰਾਇਆ ਤੇ ਮੁੜ ਕੇ ਹਫ਼ਤਾ ਇਹ ਚੱਲੀ ਗਿਆ। ਬਸ ਆ ਯਾਦ ਰੱਖਣਾ। ਵਰਲਡ ਰਿਲੀਜਨ ਆਫ ਪਾਰਲੀਮੈਂਟ ਦੇ ਵਿੱਚ ਸਪੀਚ ਦੇਣ ਵਾਲਾ ਬੰਦਾ ਸਵਾਮੀ ਵਿਵੇਕਾਨੰਦਾ ਸੀ ਸ਼ਿਕਾਗੋ ਦੇ ਵਿੱਚ 1893 ਦੇ ਵਿੱਚ। ਉਹ ਗੱਲਾਂ ਉੱਥੇ ਕਰਾਂਗੇ ਜਿੱਥੇ ਵੀ ਮੌਕੇ ਦੀ ਗੱਲ ਹੋਊਗੀ। ਫਿਲਹਾਲ ਤਾਂ ਆਪਾਂ ਹੁਣ ਡੇ ਦੇਖ ਰਹੇ ਹਾਂ, ਵਿੱਚ ਡੇ ਦੇ ਨੂੰ ਆਪਾਂ ਕਿੰਨੀ ਗੱਲ ਦੱਬ ਦਈਏ, ਠੀਕ ਹੈ ਨਾ। ਚਲੋ ਫਿਰ ਕਹਿੰਦੇ ਪਲਾਨ ਬੀ। ਪਲਾਨ ਬੀ ਕੀ ਹੈ? ਇਹਦੇ ਬੀ ਮਤਲਬ ਬੱਚੋ ਹੈਗਾ ਮਧੂਮੱਖੀ। ਇੱਥੇ ਬੀ ਮਤਲਬ ਕੀ ਹੈ? ਮਧੂਮੱਖੀ। ਆਪਾਂ ਦੇਖੋ ਤੁਸੀਂ ਆਪਾਂ ਕਿੰਨਾ ਹੁਣ ਇਸ ਸਟੂਡੀਓ ਦੇ ਵਿੱਚ ਜੇਕਰ ਕੋਈ ਇੱਥੇ ਮੱਖੀ ਵੜ ਜਾਏ ਇੱਕ ਇੰਨੀ ਇਰੀਟੇਸ਼ਨ ਹੁੰਦੀ ਹੈ ਕਿ ਇੱਧਰ ਵੜ ਗਈ ਜਾਂ ਰਾਤ ਨੂੰ ਪਏ ਆਪਾਂ ਇੱਧਰ ਦੀ ਆਪਣੇ ਮੱਛਰ ਟੱਪ ਜਾਂਦਾ ਹੈ ਵੀ ਆਪਾਂ ਨੂੰ ਸੌਣ ਨਹੀਂ ਦਿੰਦਾ। ਉਸੇ ਤਰੀਕੇ ਨਾਲ ਆਪਣੀ ਇੱਕ ਰੇਲਵੇ ਨੇ ਇੱਕ ਪ੍ਰੋਜੈਕਟ ਚਲਾਇਆ ਪਲਾਨ ਬੀ। ਇਹ ਕੀ ਹੈ? ਇੱਕ ਇਹਨਾਂ ਨੇ ਡਿਵਾਈਸ ਲਾਤਾ ਪਟਰੀ ਤੇ, ਰੇਲਵੇ ਪਟਰੀ ਤੇ ਡਿਵਾਈਸ ਲਾਤਾ ਜਿਹੜਾ ਕਿ ਮਧੂਮੱਖੀਆਂ ਦੀਆਂ ਪੂਰੀ ਮਤਲਬ ਡੇਂਜਰ ਆਵਾਜ਼ ਕੱਢੂ, ਜਿਵੇਂ 2500 ਮਤਲਬ ਮਧੂਮੱਖੀ ਫਿਰਦੀ ਹੁੰਦੀ ਐ। ਕਿਉਂ? ਵੀ ਉਹਦੇ ਨਾਲ ਜਿਹੜੇ ਹਾਥੀ ਹੈ ਉਹ ਰੇਲਵੇ ਟਰੈਕ ਤੇ ਨਾ ਆਉਣ, ਕਿਉਂਕਿ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਦਾ ਅੰਕੜਾ ਆਇਆ ਸੀ। ਉਹ ਕਹਿੰਦੇ ਪਿਛਲੇ 10 ਸਾਲਾਂ ਦੇ ਵਿੱਚ ਲਗਭਗ 186 ਐਲੀਫੈਂਟਾਂ ਦੀ ਮੌਤ ਹੋ ਗਈ ਟ੍ਰੇਨ ਐਕਸੀਡੈਂਟ ਦੇ ਨਾਲ।
ਰੇਲਵੇ ਪਟੜੀ ਤੇ ਆ ਜਾਂਦੇ ਹੈ, ट्रेन दरड़ जाती है, सट जाती है, हाथी इंजर्ड हो गया, बेचारा मर गया। सो हाथी ट्रेन थले आ मरी जाता है, इदू मंदभागी गल की हो सकती है। फिर अपनी नॉर्थ ईस्टर्न अपने इधरली रेलवे, क्योंकि अपने रेलवे जोन होंगे ना, सारा दसूंगा यार, मैं तीजी का क्लास है रेलवे, जिवें अपने रेलवे 18 जोन होंगे है, अपना कलकत्ता वाला जो आप मैट्रो स्टेशन ऐड कर दिए तो 19 हो जाती है। स्टैटिक जीके दे विच सारी ट्रांसपोर्टेशन करवाऊंगा, चिंता ना करियो। उन्होंने फिर यह प्रोजेक्ट लॉन्च करता, क्योंकि हाथी इन्हां तो बड़ा इरीटेट होंदे आ, सो वो इरीटेट होणगे तां ओह रेलवे ट्रैक ते नहीं आउणगे। आ देखो, इट एम्स टू कीप द एलिफेंट, ਇਹਦਾ प्लान ਦਾ मकसद की है, अवे फ्रॉम द ट्रेन ट्रैक्स, भी ट्रेन ट्रैक तो परा रहो। ते इस प्लान ने ਇਹਨਾਂ ਨੂੰ ਅਵਾਰਡ ਵੀ ਦਵਾਤਾ, ਵੀ क्या इनोवेशन, ਇਹਨੂੰ ਕਹਿੰਦੇ ਤੂਫਾਨੀ ਆਈਡੀਆ ਇਹਨੂੰ ਕਹਿੰਦੀ ਹੈ। The plan won best innovation award from Indian Railway, ਤੇ ਇਹ ਡਿਵਾਈਸ ਪਹਿਲੀ ਵਾਰ ਇੰਸਟਾਲ ਕਿੱਥੇ ਕੀਤਾ ਸੀ, ਐਗਜ਼ਾਮੀਨਰ ਪੁੱਛ ਸਕਦਾ ਹੈ, ਕਮਖਿਆ ਸਟੇਸ਼ਨ ਇਨ ਅਸਾਮ ਦੇ ਵਿੱਚ, ਤੇ ਲਗਭਗ ਨਾਰਥ ਈਸਟਰਨ ਰੀਜਨ ਦੇ ਵਿੱਚ 56 ਲੋਕੇਸ਼ਨ ਤੇ ਲਾਇਆ। ਅਸਾਮ 'ਚ ਪਹਿਲਾਂ ਪਤਾ ਕਿਉਂ ਲਾਇਆ, ਸਾਰਿਆਂ ਨਾਲੋਂ ਵੱਧ ਮੌਤਾਂ ਅਸਾਮ 'ਚ ਹੀ ਹੋਈਆਂ ਸੀ ਉਸ ਰਿਪੋਰਟ ਦੇ ਅਕੋਰਡਿੰਗ। ਸੋ ਪਹਿਲਾਂ ਇਹਨਾਂ ਨੇ ਜਿੱਥੇ ਜ਼ਿਆਦਾ ਹੀ ਮਤਲਬ ਡੇਂਜਰਸ ਏਰੀਆ ਹੈ, जिथे ज्यादा ही मतलब हाथियों की आवाजाही है, ट्रेन अपना पटरी क्रॉस करते कुरते है, तो उत्थे फिर इन्होंने ये डिवाइस लाता, ते इस सिरे दा डिवाइस आपां रखना है याद। चलो भी एक आपां फिर न्यूज़ होर देखनी है, इसनूं पता होना चाहिए। ई बाइक टैक्सी, आम तौर पर टैक्सियां आपां सोचते हैं गड्डियां, बट इत्थे टैक्सियां होया करनगियां स्कूटरियां बिजली वालियां, दब्बी फिरो दब्बी ई बाइक टैक्सी। वैसे खबर तो है जुलाई 2021 की, बट इस स्कीम नूं हुण माड़े मोटे चार चंद लगे, 7-8 महीने हो गए। हुण किसी ने मतलब कोई प्राइवेट प्लेयर अगे आया है भी ठीक है तुहाडा प्रोजेक्ट असीं इंप्लीमेंट करदे हैं, उदों सरकार ने किहा मतलब की है पंजाबी च भी टेंडर कढ़ता भी आओ भाई किसी ने चीज़ चलाउणी है। एक करनाटका की स्कीम है, तुहानूं पता होना चाहिए, सीधा पूछ सकते हैं ई बाइक टैक्सी स्कीम ऑफ करनाटका। इहनूं बच्चों लॉन्च किहने कीता, करनाटका गवर्नमेंट ने कीता जुलाई 2021 दे विच। ਇਹ ਸਕੀਮਾਂ ਅਲਾਉ ਕਰਦੀ ਹੈ। ਹੁਣ ਪਤਾ ਹੈ ਵੀ ਵੱਡੇ ਸ਼ਹਿਰਾਂ 'ਚ ਹਰਾਸਮੈਂਟ ਇੰਨੀ ਹੋਈ ਪਈ ਆ, ਧੂਆਂ ਪ੍ਰਦੂਸ਼ਣ, ਗੱਡੀਆਂ ਕਾਰਾਂ ਪੀ ਪਾ, ਉਧਰ ਟੈਂਪੂ ਪੂਣਾ ਕੋਈ ਵੀ ਉਹ ਦੱਬੀ ਫਿਰਦੇ ਆ, ਕੱਟ ਤੇ ਕੱਟ ਮਾਰਦੇ ਫਿਰਦੇ ਆ। ਹੁਣ ਐਂ ਕੰਮ ਕਿੱਥੇ ਚੱਲਦਾ ਤੇ ਕੁੱਲ ਮਿਲਾ ਕੇ ਕਹਿੰਦੇ ਫਿਰ ਆੜੀ ਸਕੂਟਰੀਆਂ ਦੇ ਚੁੱਪ ਕਰਕੇ ਤੁਰੇ ਫਿਰਿਆ ਕਰਨਗੇ। ਇਹ ਆਮ ਤੌਰ ਤੇ ਕਰਨਗੇ ਕੀ, ਆ ਦੇਖੋ ਇਹ ਤਾਂ ਪ੍ਰਾਈਵੇਟ ਪਲੇਅਰ ਨੂੰ ਰਨ ਕਰਨਗੇ ਬਾਈਕਸ ਨੂੰ। ਟੈਕਸੀ ਇਨ ਬੈਂਗਲੁਰੂ, ਖਾਸ ਕਰਕੇ ਇਕੱਲੇ ਬੈਂਗਲੁਰੂ ਦੇ ਵਿੱਚ ई ਬਾਈਕ ਟੈਕਸੀ ਸਕੀਮ ਲਾਗੂ ਹੈ। The scheme was launched to connect metro stations. ਇਹ ਮੈਟਰੋ ਸਟੇਸ਼ਨ ਤੇ ਬੱਸ ਸਟਾਪ ਦੇ ਵਿਚਕਾਰ ਚੱਲਿਆ ਕਰੂਗੀ, ਜਿਹੜਾ ਕਿ 10 ਕਿਲੋਮੀਟਰ ਦਾ ਫਾਸਲਾ ਕਿਹਾ ਜਾਂਦਾ ਹੈ। 10 ਕਿਲੋਮੀਟਰ ਦਾ ਐ ਨਹੀਂ ਹੈਗਾ ਵੀ ਮੈਟਰੋ ਸਟੇਸ਼ਨ ਤੇ ਆਪਦੀ ਮਤਲਬ ਲੈ ਕੇ ਦੱਬਤੀ ਵੀ ਸਿੱਧਾ ਮੈਂ ਤਾਂ ਪਿੰਡ ਛੱਡ ਕੇ ਆਓ, ਐ ਨਹੀਂ ਹੁੰਦਾ। 10 ਕਿਲੋਮੀਟਰ ਦੇ ਵਿਚਕਾਰ ਇਹ ਚੱਲੂਗੀ, ਸਮਝੇ ਮੇਰੀ ਗੱਲ। ਇਹਦੇ ਕਿਰਾਏ ਨੂੰ ਲੈ ਕੇ ਪਹਿਲਾਂ ਬਾਹਰ ਰੌਲਾ ਪੈ ਗਿਆ ਸੀ, ਬੜਾ ਮਹਿੰਗਾ ਕੰਮ ਸੀ, 25 ਰੁਪਏ ਪਰ ਕਿਲੋਮੀਟਰ, ਫਿਰ ਇਹਨਾਂ ਬਾਅਦ ਚ ਘਟਾਇਆ ਤਾਂ ਕਰਕੇ ਮਾੜਾ ਮੋਟਾ ਕਿਸੇ ਨੇ ਇੰਟਰਸਟ ਦਿਖਾਇਆ। ਪਹਿਲਾਂ ਬੜਾ ਕਰਨਾਟਕਾ ਸਰਕਾਰ ਬੜਾ ਸਟੈਂਡ ਲੈ ਗਈ ਸੀ, ਪਤਾ ਨਹੀਂ ਪ੍ਰੋਗਰਾਮ ਕਿੰਨਾ ਕੁ ਹਿੱਟ ਹੋਊਗਾ, ਬਟ ਇਹਨਾਂ ਨੂੰ ਕੋਈ ਮਤਲਬ ਪਲੇਅਰ ਹੀ ਨਹੀਂ ਮਿਲਿਆ ਵੀ ਆਓ ਭਾਈ ਸਕੀਮ ਲਾਂਚ ਕਰੀਏ, ਠੀਕ ਹੈ ਨਾ। ਸੋ ਇਸੇ ਦੇ ਨਾਲ ਹੀ ਆਪਣੀਆਂ ਸਕੀਮਾਂ ਰਹਿਣਗੀਆਂ ਜਾਰੀ। ਤੇ ਦੂਜੇ ਪਾਸੇ ਜਿਹੜਾ ਆਪਣਾ ਬੱਚੋ ਸਪੈਸ਼ਲ ਪੰਜਾਬ ਪੁਲਿਸ ਵਾਲਾ ਬੈਚ ਹੈ, ਉਹ ਸਾਰੇ ਹੀ ਆਪਦੇ ਦੋਸਤਾਂ ਮਿੱਤਰਾਂ ਨੂੰ ਇੱਕ ਵਾਰ ਉਹ ਸਪੋਰਟਸ ਬਾਰੇ ਰਿਕਮੈਂਡ ਕਰੋ, ਉਹਨੂੰ ਉਹ ਕੰਟੈਂਟ ਦਿਖਾਓ ਤੇ ਘਰੇ ਬਹਿ ਕੇ ਸਿਲੈਕਸ਼ਨ ਤੇ ਟੌਪ ਦੀ ਤਿਆਰੀ ਕਰਾਓ। ਸਮਝ ਮੇਰੀ ਗੱਲ। ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ, ਜਾਣਕਾਰੀ ਲੈਣੀ ਹੈ ਤਾਂ ਤੁਸੀਂ ਇਸ ਨੰਬਰ ਤੇ ਕਿਸੇ ਵੀ ਬੈਚ ਦੇ ਰਿਗਾਰਡਿੰਗ ਇਨਫੋਰਮੇਸ਼ਨ ਲੈ ਸਕਦੇ ਹੋ, ਠੀਕ ਹੈ ਨਾ। ਚਲੋ ਠੀਕ ਹੈ ਬੱਚੋ, ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।